ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਰੇਡੀਓ ਦੇ ਇਸ ਪਰਿਵਾਰ ਵਿੱਚ ਦਾਸ ਮਲਕੀਤ ਸਿੰਘ ਆਪ ਸਾਰੇ ਗੁਰਸਿੱਖਾਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹੈ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਭ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ, ਆਪਣੇ ਘਰੋਂ ਸਿੱਖੀ ਨਾਮਦਾਨ ਬਖਸ਼ ਕੇ ਨਿਹਾਲ ਕਰਨ, ਖਾਲਸਾ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਠੇ ਹੋਣ ਦਾ ਬਲ ਬਖਸ਼ਣ। ਸੋ ਖਾਲਸਾ ਜੀ, ਅੱਜ ਦਾ ਜੋ ਦਿਨ ਹੈ ਉਹ ਸਿੱਖ ਧਰਮ ਦੇ ਵਿੱਚ, ਸਿੱਖ ਇਤਿਹਾਸ ਦੇ ਲਈ ਬਹੁਤ ਇੱਕ ਮਹੱਤਵਪੂਰਨ ਦਿਨ ਹੈ। ਅੱਜ ਜਿੱਥੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਹੈ, ਉੱਥੇ ਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਿਵਸ ਵੀ ਹੈ। ਸੋ ਆਓ ਆਪਾਂ ਇਸ ਦਿਨ ਨੂੰ, ਇਸ ਮਹਾਨ ਦਿਨ ਨੂੰ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਦੀ ਬਾਣੀ ਦੇ ਗਾਨ ਨੂੰ ਕਰਦੇ ਹੋਏ ਬਿਤਾਈਏ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂਗਾ, ਕਿਉਂਕਿ ਅੱਜ ਸਾਡੇ ਨਾਲ ਗਿਆਨੀ ਸੁਰਜੀਤ ਸਿੰਘ ਜੀ ਖੰਡੇ ਵਾਲੇ, ਉਹਨਾਂ ਨੂੰ ਬੇਨਤੀ ਕੀਤੀ ਸੀ ਅਤੇ ਉਹ ਅੱਜ ਦੀ ਹਾਜ਼ਰੀ ਜਿਹੜੀ ਹੈ ਸਾਡੇ ਨਾਲ ਭਰਨਗੇ। ਉਹ ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਦੇ ਨਾਲ ਸਾਨੂੰ ਅੱਜ ਜੋੜਨਗੇ। ਸੋ ਇਸ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੀ ਕਿ ਫੋਨ ਕਾਲਸ ਅਸੀਂ ਨਹੀਂ ਲਵਾਂਗੇ। ਆਪਾਂ ਕੇਵਲ ਅਤੇ ਕੇਵਲ ਗਿਆਨੀ ਜੀ ਦੇ ਕੋਲੋਂ ਵੱਧ ਤੋਂ ਵੱਧ ਜਿਹੜਾ ਟਾਈਮ ਹੈ ਉਹਦੇ ਵਿੱਚ ਗੁਰਬਾਣੀ ਅਤੇ ਇਤਿਹਾਸ ਦੇ ਨਾਲ ਹੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜੋੜਨ। ਸੋ ਇਸ ਦੇ ਵਿੱਚ ਫੋਨ ਕਾਲਸ ਜਿਹੜੀਆਂ ਵੀ ਆਪਾਂ ਨਹੀਂ ਲੈਣੀਆਂ। ਸੋ ਕਿਰਪਾ ਕਰਕੇ ਕੋਈ ਵੀ ਵੀਰ ਭੈਣ ਟਰਾਈ ਨਾ ਕਰੇ। ਅਤੇ ਆਪਾਂ ਇੱਕ ਕਥਾ ਦੀਵਾਨ ਦੇ ਪ੍ਰੋਗਰਾਮ ਦੀ ਤਰ੍ਹਾਂ ਹੀ ਜਿਹੜਾ ਹੈ ਪਰਿਵਾਰ ਵਿੱਚ ਬੈਠ ਕੇ ਸਾਰੇ ਜਣੇ ਸਰਵਣ ਕਰੀਏ ਜੀ। ਸੋ ਆਓ ਆਪਾਂ ਗਿਆਨੀ ਜੀ ਦੇ ਨਾਲ ਜਿਹੜੀ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਲਕੀਤ ਸਿੰਘ ਜੀ ਜੀ ਗਿਆਨੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਇੱਕ ਨੂਰ ਰੇਡੀਓ ਦੇ ਉੱਪਰ। ਧੰਨਵਾਦ ਜੀ, ਧੰਨਵਾਦ ਆਪ ਜੀ ਦਾ, ਧੰਨਵਾਦ ਜੀ। ਜੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਬਹੁਤ ਮਹਾਨ ਦਿਨ ਹੈ ਗਿਆਨੀ ਜੀ। ਸੋ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਸਾਨੂੰ ਜ਼ਰੂਰ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਦੇ ਜਿਹੜਾ ਹੈ ਉਹਦੇ ਨਾਲ ਜੋੜਦੇ ਹੋਏ ਕੁਝ ਕੁ ਹਾਜ਼ਰੀਆਂ ਜ਼ਰੂਰ ਭਰੋ ਜੀ। ਹਾਂਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਜੀ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਠੀਕਰ ਫੋਰ ਦਲੀ ਸਿਰ ਪ੍ਰਾਪੁਰ ਕੀਆ ਬਿਆਨ, ਤੇਗ ਬਹਾਦਰ ਕੀ ਕਿਰਿਆ ਕਰੀ ਨਾ ਕਿਨਹੂ ਆਣ, ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਗ ਹੈ ਸਭ ਜਗ ਪਇਓ ਜੈ 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 ਸਰਲੋਕ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਜੀ, ਦਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਜੀਵਨ ਪਿਛੋਕੜ ਆ, ਮਹਾਰਾਜ ਸਾਹਿਬ ਜੀ ਦਾ ਅਵਤਾਰ ਜਿਹੜਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਜੀ। 1 ਅਪ੍ਰੈਲ ਤੇ 1621 ਨੂੰ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਗ੍ਰਹਿ ਵਿਖੇ ਧਾਰਿਆ ਜੀ। ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਦਾਤਾ ਸਤਿਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਸੀ ਜੀ। ਤੇ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਸਿੱਖ ਨੇ, ਕਿਸੇ ਮੇਵੜੇ ਨੇ ਆ ਕੇ ਕਿਹਾ ਕਿ ਮਹਾਰਾਜ ਆਪ ਜੀ ਦੇ ਘਰੇ 5ਵੇਂ ਬਾਲਕ ਨੇ ਅਵਤਾਰ ਲਿਆ, 5ਵੇਂ ਬਾਲਕ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ ਜੀ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਦੇ ਘਰੇ 4 ਸਾਹਿਬਜ਼ਾਦੇ ਤੇ ਇੱਕ ਉਹਨਾਂ ਦੀ ਬੇਟੀ ਹੈ, ਜਿਹਨੂੰ ਮਹਾਰਾਜ ਜੀ ਬੀਬੀ ਵੀਰੋ ਕਰਕੇ ਪੁਕਾਰਦੇ ਸੀ ਜੀ। ਜਿਹਦੇ ਵਿੱਚ ਬਾਬਾ ਗੁਰਦਿੱਤਾ ਜੀ, ਬਾਬਾ ਅਨਿਲ ਰਾਏ ਜੀ, ਬਾਬਾ ਟਲ ਰਾਏ ਜੀ, ਬਾਬਾ ਸੂਰਜਮਲ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਵੀਰੋ ਜੀ। ਸਤਿਗੁਰੂ ਸਾਹਿਬ ਜੀ ਨੇ ਬਚਨ ਸੁਣਿਆ ਮੇਵੜੇ ਦਾ ਤੇ ਇੱਕ ਰਸ ਅਕਾਂ ਤਾਸਾ ਕੀ ਵਾਰ ਨੂੰ ਸੱਚੇ ਪਾਤਸ਼ਾਹ ਜੀ ਨੇ ਸੁਣਿਆ। ਜਦੋਂ ਭੋਗ ਪਏ, ਬੜੇ ਪਿਆਰ ਨਾਲ ਮਹਾਰਾਜ ਸਾਹਿਬ ਜੀ ਨੇ ਭੋਗ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕੀਤੀ ਤੇ ਫਿਰ ਮਹਾਰਾਜ ਆਪਣੇ ਮਹਿਲਾਂ ਵੱਲ ਨੂੰ ਚੱਲ ਪਏ ਜੀ। ਇੱਥੇ ਮੈਂ ਇੱਕ ਬੇਨਤੀ ਕਰੂੰਗਾ ਵੀ ਅਸੀਂ ਜਦੋਂ ਕੋਈ ਦਾਤ ਵਾਸਤੇ ਬੇਨਤੀ ਕਰਦੇ ਹਾਂ ਨਾ ਮਹਾਰਾਜ ਸਾਹਿਬ ਜੀ ਕੋਲੇ ਜੀ, ਤੇ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਹਿਬ ਸਾਨੂੰ ਦਾਤ ਪ੍ਰਾਪਤ ਹੋਵੇ। ਕਰਨੀ ਵੀ ਚਾਹੀਦੀ ਆ, ਗੁਰੂ ਦਾਤਾ ਦਿੰਦਾ ਵੀ ਆ, ਗੁਰੂ ਦਾਤਾ ਜੋ ਹੋਇਆ ਦਾਤਾਂ ਦਾ ਮਾਲਕ ਆ। ਬਿਲਕੁਲ ਜੀ।
ਪਰ ਜਦੋਂ ਸ਼ੁਕਰਾਨਾ ਕਰਨ ਦਾ ਸਮਾਂ ਆਉਂਦਾ ਫਿਰ ਅਸੀਂ ਦਾਤੇ ਨੂੰ ਭੁੱਲ ਜਾਂਦੇ ਹਾਂ ਤੇ ਦਾਤਾਂ ਪਿਆਰੀਆਂ ਕਰਨ ਲੱਗ ਪੈਂਦੇ ਹਾਂ। ਬਿਲਕੁਲ ਜੀ। ਦਾਤਾਂ ਅਕਸਰ ਸਾਨੂੰ ਪਿਆਰੀਆਂ ਹੋ ਜਾਂਦੀਆਂ ਵਾ। ਏਦਾਂ ਹੋਣਾ ਨਹੀਂ ਚਾਹੀਦਾ ਵੀ ਵੇਖਣ ਵਾਸਤੇ ਆਉਂਦਾ ਕਿ ਜੇ ਅਸੀਂ ਹੁੰਦੇ ਬੈਠੇ ਜਾਂ ਕੋਈ ਸਾਡੇ ਵਰਗਾ ਹੁੰਦਾ ਤੇ ਸਾਨੂੰ ਆਸਾ ਕੀ ਵਾਰ ਭੁੱਲ ਜਾਣੀ ਸੀ, ਰੱਬ ਭੁੱਲ ਜਾਣਾ ਸੀ। ਬਸ ਪੁੱਤਰ ਦਾ ਨਾਂ ਸੁਣਿਆ ਤੇ ਸਿੱਧਾ ਹੀ ਠੇਕੇ, ਖੁਸ਼ੀ ਇੰਨੀ ਚੜ ਗਈ ਆ ਜੀ, ਬਸ ਚੇਤਾ ਹੀ ਭੁੱਲ ਗਿਆ ਵੀ ਦਾਤ ਪਿਆਰੀ ਤੇ ਵਿਸਰਿਆ ਦਾਤਾਰ। ਵਾਹਿਗੁਰੂ। ਬਿਲਕੁਲ। ਦਾਤ ਪਿਆਰੀ ਹੋ ਜਾਂਦੀ, ਪਰ ਮਹਾਰਾਜ ਸਾਨੂੰ ਮਰਜ਼ਾਦਾ ਦੇੜ ਕਰਵਾ ਰਹੇ ਆ ਕਿ ਦੇਣ ਵਾਲੇ ਦਾ ਸ਼ੁਕਰਾਨਾ ਕਰਨਾ, ਦਾਤ ਨਾਲ ਨਹੀਂ ਜੁੜਨਾ, ਦਾਤੇ ਨਾਲ ਜੁੜਨਾ ਹੈ। ਵਾਹਿਗੁਰੂ। ਬਿਲਕੁਲ ਜੀ। ਦਾਤੇ ਦਾ ਦਰ ਨਹੀਂ ਛੱਡ ਕੇ ਜਾਣਾ। ਮੰਗਣਾ ਸਾਰਾ ਕੁਛ ਇੱਥੋਂ ਹੀ ਆ, ਮਿਲਣਾ ਸਭ ਕੁਛ ਗੁਰੂ ਨਾਨਕ ਦੇ ਘਰੋਂ ਹੀ ਆ। ਕਿਉਂਕਿ ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੋ ਮਾਨ ਮੰਗੂ, ਤਾਨ ਮੰਗੂ, ਧਨ ਲక్ష్ਮੀ ਸੁਤ ਦੇ। ਵਾਹਿਗੁਰੂ ਜੀ। ਮਿਲਣਾ ਤੇ ਇੱਥੋਂ ਹੀ ਆ। ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਭਾਈ ਬਾਬਾ ਵਿਧੀ ਚੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨੂੰ ਲਿਆ ਤੇ ਜਿੱਥੇ ਮਹਾਰਾਜ ਸਾਹਿਬ ਜੀ ਦੇ ਮਹਲ ਧੰਨ ਮਾਤਾ ਨਾਨਕੀ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਮਹਿਲ ਆਰਾਮ ਕਰ ਰਹੇ ਸੀ, ਉਸ ਕਮਰੇ 'ਚ ਆਏ ਤੇ ਆ ਕੇ ਹਜੇ ਥੋੜੇ ਸਮੇਂ ਦੇ ਸਨ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਕਾਰ ਕਮਲਾ 'ਚ ਲਿਆ ਜੀ ਤੇ ਕਾਰ ਕਮਲਾ ਵਿੱਚ ਲੈ ਕੇ ਮਹਾਰਾਜ ਸਾਹਿਬ ਜੀ ਨੇ ਮਾਨੋ ਜਿਵੇਂ ਨਮਸਕਾਰ ਕਰਨੀ ਇਸ ਤਰ੍ਹਾਂ ਆਪਣਾ ਸੀਸ ਝੁਕਾ ਦਿੱਤਾ ਹਜੂਰ ਦੇ ਨਿੱਕੇ ਨਿੱਕੇ ਪਿਆਰੇ ਪਿਆਰੇ ਚਰਨਾਂ ਵਾਲੇ ਪਾਸੇ ਨੂੰ ਜੀ। ਤੇ ਕੋਲ ਖੜੇ ਸੀ ਬਾਬਾ ਬਿਧੀ ਚੰਦ ਜੀ। ਬਾਬਾ ਬਿਧੀ ਚੰਦ ਜੀ ਨੇ ਉਸੇ ਵੇਲੇ ਸਵਾਲ ਉਠਾਇਆ ਵੀ ਮਹਾਰਾਜ ਜੀ ਇਹ ਤੁਸੀਂ ਉਲਟ ਗੰਗ ਨਹੀਂ ਪੱਛਮ ਧਰੀਏ, ਮਤਲਬ ਤੁਸੀਂ ਉਲਟ ਗੰਗਾ ਵਹਾਈ ਆ ਵੀ ਜਿਹੜਾ ਪੁੱਤਰ ਹੁੰਦਾ ਉਹ ਤਾਂ ਪਿਤਾ ਨੂੰ ਮੱਥਾ ਟੇਕਦਾ ਹੀ ਆ, ਇਹ ਤਾਂ ਬੜੇ ਛੋਟੇ ਨੇ, ਤੁਸੀਂ ਇਹਨਾਂ ਨੂੰ ਸਿਰ ਨਵਾਇਆ, ਇਹਦਾ ਕਾਰਨ ਦੱਸੋ ਜੀ। ਕਿਉਂਕਿ ਸਿੱਖ ਉਦੋਂ ਸ਼ੰਕਾ ਮਨ 'ਚ ਨਹੀਂ ਸੀ ਰੱਖਦੇ, ਜਿਹੜੀ ਗੱਲ ਹੁੰਦੀ ਸੀ ਗੁਰੂ ਨਾਲ ਕਰ ਦਿੰਦੇ ਸੀ ਤੇ ਗੁਰੂ ਉਸ ਸ਼ੰਕਾ ਨੂੰ ਤੋੜ ਦਿੰਦੇ ਸੀ, ਸ਼ੰਕਾ ਮੇਟ ਦਿੰਦੇ ਸੀ, ਸ਼ੰਕਾ ਖਤਮ ਕਰ ਦਿੰਦੇ ਸੀ ਜੀ। ਸ਼ੰਕਾ ਇੱਕ ਐਸੀ ਬਿਮਾਰੀ ਆ ਜੇ ਤੁਹਾਡੇ ਅੰਦਰ ਆ ਕੇ ਲੱਗ ਗਈ, ਜਿਹੜਾ ਤੁਹਾਡਾ ਭਉ ਤੇ ਭਾਵਨੀ ਦਾ ਬੇੜਾ ਇਹਨੇ ਪਾਰ ਨਹੀਂ ਲੰਘਣ ਦੇਣਾ। ਜਿਹੜਾ ਭਾਵ ਸਾਗਰ ਹੈ ਉਹ ਤੋਂ ਪਾਰ ਨਹੀਂ ਹੋਣ ਦੇਣਾ, ਡੁਬੋ ਦੂਗੀ ਵਿੱਚ ਜੀ। ਤੇ ਗੁਰੂ ਜਿਹੜਾ ਹੁੰਦਾ ਆ ਉਹ ਸ਼ੰਕਾ ਕਦੀ ਪੈਣ ਨਹੀਂ ਦਿੰਦਾ ਤੇ ਗੁਰੂ ਸ਼ੰਕਾ ਨੂੰ ਨਿਬੇੜ ਦਿੰਦਾ ਉਸੇ ਵੇਲੇ, ਪੂਰੇ ਗੁਰੂ ਦੀ ਨਿਸ਼ਾਨੀ ਹੈ। ਵਾਹਿਗੁਰੂ ਜੀ। ਮਹਾਰਾਜ ਨੇ ਗੁਰਬਾਣੀ 'ਚ ਵੀ ਕਿਹਾ ਸੋ ਸਤਿਗੁਰੂ ਧੰਨ ਧੰਨ ਜਿਹਨੇ ਹਰ ਸੋ ਜੋੜਿਆ, ਸੋ ਸਤਿਗੁਰੂ ਵਾਹੋ ਵਾਹੋ ਜਿਹਨੇ ਭਰਮਗੜ੍ਹ ਤੋੜਿਆ ਜੀ। ਵਾਹਿਗੁਰੂ। ਗੁਰੂ ਭਰਮਗੜ੍ਹ ਤੋੜਦਾ ਆ ਜੀ। ਮਹਾਰਾਜ ਨੇ ਕਿਹਾ ਬਾਬਾ ਬਿਧੀ ਚੰਦ ਜੀ ਦੀਨ ਰਸ਼ਕ ਸੰਕਟ ਹਰਨ ਜਹੀ ਸਦਾ ਪਹਿਚਾਨ ਜੀ। ਇਹ ਦੀਨਾਂ ਦੀ ਰੱਖਿਆ ਕਰਨਗੇ ਤੇ ਸੰਕਟ ਹਰਨ ਵਾਲੇ ਨੇ ਤੇ ਇਹਨਾਂ ਦੀ ਇਹ ਪਛਾਣ ਹੋਵੇਗੀ ਕਿ ਅਖੰਡ ਦੰਡ ਅਖੰਡ ਮਹਾਪ੍ਰਚੰਡ ਜੀ। ਇਹ ਦੋਸਤਾਂ ਨੂੰ ਦੰਡ ਦੇਣਗੇ, ਬਿਰਤੀ ਇੱਕ ਰਸ ਰਹੇਗੀ, ਇਹਨਾਂ ਦੀ ਬਿਰਤੀ ਨੂੰ ਕੋਈ ਤੋੜ ਨਹੀਂ ਸਕੇਗਾ ਤੇ ਪ੍ਰਚੰਡ ਇਹਨਾਂ ਦਾ ਪ੍ਰਤਾਪ ਸਾਰੇ ਸੰਸਾਰ ਸਾਰੇ ਵਿਸ਼ਵ ਭਰ ਵਿੱਚ ਹੋਵੇਗਾ ਜੀ। ਮੈਂ ਇਸ ਕਰਕੇ ਨਮਸਕਾਰ ਕੀਤੀ ਹੈ। ਭਾਰੀ ਗੁਰੂ ਹੋਣਗੇ, ਇਹ ਸੰਸਾਰ ਦੇ ਪਾਪਾਂ ਨੂੰ, ਪਾਪ ਕਰਨ ਵਾਲਿਆਂ ਨੂੰ, ਦੁਸ਼ਟਾਂ ਨੂੰ ਸੋਧਣਗੇ ਤੇ ਮਹਾਰਾਜ ਸਾਹਿਬ ਜੀ ਸਾਰੇ ਸੰਸਾਰ ਦੇ ਦੁੱਖਾਂ ਨੂੰ ਹਰ ਲੈਣਗੇ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਪਨ ਵਿੱਚ ਹੀ ਕਿਹਾ ਜੀ। ਬਹੁਤ ਸਾਰੀਆਂ ਘਟਨਾ ਨੇ ਪਰ ਆਪਾਂ ਗੁਰਤਾ ਗੱਦੀ ਦਿਵਸ ਵਾਲੇ ਪਾਸੇ ਨੂੰ ਆਉਣਾ ਹੈ। ਮੈਂ ਬਚਪਨਾ ਕੇਵਲ ਉਹਨਾਂ ਦਾ ਪ੍ਰਕਾਸ਼ ਕਿਹਾ ਤੇ ਪ੍ਰਕਾਸ਼ ਉਹਨਾਂ ਦਾ ਅੰਮ੍ਰਿਤਸਰ ਸਾਹਿਬ ਹੋਇਆ ਤੇ ਗੁਰੂ ਕੀ ਬਾਣੀ ਦਾ ਬਚਨ ਹੈ, ਕਿਉਂਕਿ ਉਸ ਧਰਤੀ ਨੂੰ ਪਹਿਲਾਂ ਹੀ ਮਾਣ ਮਿਲਿਆ ਹੋਇਆ। ਗੁਰੂ ਕੀ ਬਾਣੀ ਆਲੋ ਵੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਜੀ। ਬੱਦੋ ਪੁਰਖ ਵਧਾਤੇ ਤਾਂ ਤੂੰ ਸੋਇਆ, ਜਾਂ ਸਾਹ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪੈ ਹਰਿਆਵਲੀ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਜੀ। ਔਰ ਗੁਰੂ ਜੀ ਦਾ ਬਚਨ ਹੈ ਧੰਨ ਧੰਨ ਪਿਤਾ, ਧੰਨ ਧੰਨ ਮਾਤਾ, ਧੰਨ 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 ਸੋ ਜਣਨੀ ਜਿਹਨੇ ਗੁਰੂ ਜਣਿਆ ਮਾਹੀ ਜੀ। ਮਾਤਾ ਜੀ ਵੀ ਧੰਨ ਮਾਤਾ ਨਾਨਕੀ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰ ਜੀ। ਹਜੂਰ ਸੱਚੇ ਪਾਤਸ਼ਾਹ ਜੀ 4 ਸਾਲ ਦੇ ਹੋਏ ਸਨ ਹਜੇ। ਦਾਤਾ ਸਤਿਗੁਰ ਸਾਹਿਬ ਜੀ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵਿਆਹ ਆ ਗਿਆ
ਜੀ ਤੇ ਮਾਤਾ ਨਾਨਕੀ ਜੀ ਨੇ ਬਹੁਤ ਪਿਆਰ ਦੇ ਨਾਲ ਦਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿਆਰ ਕੀਤਾ। ਬੜੀ ਸੁੰਦਰ पोशाक ਪਾਈ, ਉਹਨਾਂ ਤੇ ਸੋਹਣਾ ਦਸਤਾਰਾ ਸਜਾਇਆ ਜੀ ਕਿ ਸੱਚੇ ਪਾਤਸ਼ਾਹ ਜੀ 4 ਸਾਲ ਦੀ ਉਮਰ ਚ ਬੜੇ ਮੌਜ ਵਿੱਚ ਟਹਿਲਦੇ ਬਰਾਤ ਨਾਲ ਤੁਰੇ ਜਾ ਰਹੇ ਸਨ ਤੇ ਸਾਰੇ ਲੋਕ ਕੋਠਿਆਂ ਤੇ ਚੜ੍ਹ ਕੇ ਉੱਚੇ ਥਾਵਾਂ ਤੇ ਖਲੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਸਾਹਿਬ ਦੀ ਬਰਾਤ ਨੂੰ ਤੱਕ ਰਹੀ ਸੀ ਜੀ ਤੇ ਮਹਾਰਾਜ ਸਾਹਿਬ ਵੀ ਜਾ ਰਹੇ ਸਨ ਗੁਰੂ ਤੇਗ ਬਹਾਦਰ ਸਾਹਿਬ ਤੇ ਦੇਖਿਆ ਕਿ ਵੀ ਉੱਚੇ ਥਾਂ ਤੇ ਕੁਝ ਗਰੀਬ ਲੋਕ ਖੜੇ ਆ ਜਿਨ੍ਹਾਂ ਵਿੱਚ ਕੁਝ ਬੱਚੇ ਆ ਤੇ ਕੁਝ ਉਹਨਾਂ ਦੇ ਬੱਚਿਆਂ ਵਿੱਚੋਂ ਕੋਈ ਐਸਾ ਵੀ ਹੈ ਜਿਹਦਾ ਧੜ ਨੰਗਾ ਆ ਤੇ ਉਹ ਠੰਡ ਕਰਕੇ ਠੁਰ ਕਰ ਰਿਹਾ ਆ, ਕੰਬ ਰਿਹਾ ਜੀ ਤੇ ਮਹਾਰਾਜ ਸਾਹਿਬ ਜੀ ਉਹਦੇ ਵੱਲ ਵੇਖ ਕੇ ਉਹਦੇ ਕੋਲ ਚਲ ਗਿਆ ਤੇ ਉਹਦੀ ਮਾਂ ਨੂੰ ਜਾ ਕੇ ਕਹਿਣ ਲੱਗੇ, ਬੀਬੀ ਤੂੰ ਇਸ ਬੱਚੇ ਨੂੰ ਇੰਨੀ ਠੰਡ ਵਿੱਚ ਕੋਈ ਕੱਪੜਾ ਕਿਉਂ ਨਹੀਂ ਪਾਇਆ, ਕੋਈ ਗਰਮ ਕੱਪੜਾ ਪਾਉਣਾ, ਉਹ ਠੰਡ ਨਾਲ ਕੰਬ ਰਿਹਾ, ਠੁਰ ਕਰ ਰਿਹਾ ਜੀ ਤੇ ਉਹਨੇ ਬੜੇ ਪਿਆਰ ਨਾਲ ਮੱਥਾ ਟੇਕ ਕੇ ਕਿਹਾ, ਗੁਰੂ ਕੇ ਸਾਹਿਬਜ਼ਾਦੇ ਅਸੀਂ ਇੰਨੇ ਗਰੀਬ ਆ ਕਿ ਸਾਡਾ ਤੇ ਪ੍ਰਸਾਦੇ ਦਾ ਗੁਜ਼ਾਰਾ ਹੀ ਮਸਾਂ ਚੱਲਦਾ, ਜੀਵਕਾ ਹੀ ਮਸਾਂ ਚੱਲਦੀ ਹੈ। ਸਾਡੇ ਗਰੀਬਾਂ ਕੋਲ ਗਰਮ ਕੱਪੜੇ ਕੱਥੇ ਜਿਹੜੇ ਆਪਣੇ ਬੱਚਿਆਂ ਨੂੰ ਪਾ ਸਕਾਂ। ਹਾਲੇ ਕਿ ਹਰ ਮਾਂ ਦੀ ਇੱਛਾ ਹੁੰਦੀ ਹੈ, ਉਹਦੀ ਤੀਬਰ ਇੱਛਾ ਹੁੰਦੀ ਹੈ ਕਿ ਮੇਰੇ ਪੁੱਤਰ ਦੀ पोशाक ਚੰਗੀ ਹੋਵੇ, ਖੁਰਾਕ ਚੰਗੀ ਹੋਵੇ, ਉਹਦੀ ਰਹਿਣੀ ਸਹਿਣੀ ਚੰਗੀ ਹੋਵੇ। ਇਹ ਅਸੀਸ ਵੀ ਮਾਤਾ ਭਾਨੀ ਜੀ ਨੇ ਗੁਰੂ ਕੀ ਬਾਣੀ ਵਿੱਚ ਰੱਖੀ ਜੀ ਵਾਹਿਗੁਰੂ ਜੀ। ਔਰ ਸੀਸ ਰੱਖਦਿਆਂ ਬਚਨ ਵੀ ਕਿਆ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੇ ਤੁਮ ਕੋ ਹਰ ਹਰ ਸਦਾ ਭਜਿਓ ਜਗਦੀਸ਼। ਸਤਿਗੁਰੂ ਤੁਮ ਕੋ ਹੋਏ ਦਿਆਲਾ ਤੇ ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਜੀ ਸਤਿਗੁਰੂ ਸਾਹਿਬ ਜੀ ਨੇ ਅਸੀਸ ਵੀ ਦਿੱਤੀ ਤੇ ਉਸ ਵੇਲੇ ਮਾਤਾ ਜੀ ਨੇ ਬਚਨ ਕਿਹਾ ਵੀ ਮੈਂ ਚਾਹੁੰਦੀ ਹਾਂ ਮੇਰੇ ਪੁੱਤਰ ਦੀ ਖੁਰਾਕ ਚੰਗੀ ਹੋਵੇ, पोशाक ਚੰਗੀ ਹੋਵੇ, ਪਰ ਗਰੀਬ ਇਤਨੇ ਆ ਕਿ ਸਾਡਾ ਜੀਵਕਾ ਹੀ ਮਸਾਂ ਚੱਲਦੀ, ਅਸੀਂ ਗਰਮ ਵਸਤਰ ਸਵਾ ਕੇ ਨਹੀਂ ਦੇ ਸਕਦੇ ਜੀ। ਤਾਂ ਮਹਾਰਾਜ ਨੇ ਆਪਣਾ ਜਿਹੜਾ ਚੋਲਾ ਸੀ ਤਨ ਦਾ ਲਾ ਕੇ ਉਹਨੂੰ ਦੇ ਦਿੱਤਾ ਤੇ ਆਪ ਉੱਥੋਂ ਪਿੱਛੇ ਮੁੜ ਆਏ। ਜਦੋਂ ਪਿੱਛੇ ਆਏ ਤੇ ਮਾਤਾ ਨਾਨਕੀ ਸਾਹਿਬ ਨੇ ਪੁੱਛਿਆ ਵੀ ਇੰਨੇ ਸੋਹਣੇ ਇੰਨੇ ਕੀਮਤੀ ਵਸਤਰ ਤੁਸੀਂ ਆਪਣੇ ਤਨ ਉੱਪਰ ਓੜੇ ਸਨ ਤੋਂ ਕਿੱਥੇ ਨੇ? ਪਹਿਲਾਂ ਤਾਂ ਥੋੜਾ ਸਮਾਂ ਚੁੱਪ ਰਹੇ, ਫਿਰ ਕਹਿਣ ਲੱਗੇ ਮਾਂ ਮੈਂ ਜਾ ਰਿਹਾ ਸਾਂ ਪਰ ਕੋਈ ਗਰੀਬ ਬੱਚਾ ਦੇਖ ਲਿਆ, ਮੇਰੇ ਕੋਲ ਦੇਖਿਆ ਨਹੀਂ ਜਾਂਦਾ ਕਿਸੇ ਦਾ ਨਗੇਜ। ਸੱਚ ਤਾਂ ਇਹ ਆ ਤੂੰ ਗੁੱਸੇ ਹੋਵੇਂਗੀ ਪਰ ਸੱਚਾਈ ਇਸ ਗੱਲ ਦੀ ਹੈ ਜਦੋਂ ਕੋਈ ਨਗੇਜ ਸਾਹਮਣੇ ਮੇਰੇ ਆਉਂਦਾ ਮੇਰੇ ਕੋਲ ਦੇਖਿਆ ਨਹੀਂ ਜਾਂਦਾ ਤੇ ਇਹ ਸੱਚ ਹੈ। ਜਿੱਦਣ ਕੋਈ ਛੋਟਾ ਬੱਚਾ ਸਾਹਮਣੇ ਆਇਆ ਤੇ ਤਨ ਦਾ ਚੋਲਾ ਲਾ ਕੇ ਦੇਤਾ। ਜਦੋਂ ਕਿਸੇ ਜ਼ਾਲਮ ਨੇ ਹਿੰਦੁਸਤਾਨ ਨੂੰ ਨੰਗਾ ਕਰਨਾ ਚਾਹਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਇਸ ਤਨ ਨੂੰ ਚਾਦਰ ਬਣਾ ਕੇ ਸਮੁੱਚੇ ਹਿੰਦੁਸਤਾਨ ਨੂੰ ਢੱਕ ਲਿਆ। ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਨੇ ਸਮੁੱਚੇ ਹਿੰਦੁਸਤਾਨ ਨੂੰ ਢੱਕ ਲਿਆ। ਇਹ ਉਹਨਾਂ ਦਾ ਬਚਪਨਾ ਸੀ। ਬਹੁਤ ਘੱਟ ਬੋਲਦੇ ਸਨ ਮਹਾਰਾਜ ਸਾਹਿਬ ਜੀ, ਚੁੱਪ ਰਹਿੰਦੇ ਸਨ ਤੇ ਚੁੱਪ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਕਪਟੀ ਮਨੁੱਖ ਹੁੰਦਾ, ਇੱਕ ਅੰਦਰੋਂ ਭਰਿਆ ਹੁੰਦਾ ਹੈ ਜੀ। ਮਹਾਰਾਜ ਬਹੁਤ ਥੋੜਾ ਜਿਹਾ ਬੋਲਦੇ ਸਨ, ਚੁੱਪ ਕਰਕੇ ਸੰਗਤ ਨੀਵੀਂ ਪਾ ਕੇ ਆ ਕੇ ਬਹਿ ਜਾਂਦੇ ਸਨ ਤੇ ਸਦਾ ਪਰਮਾਤਮਾ ਦੇ ਨਾਮ ਨੂੰ ਗੁਣਗੁਣਾਉਂਦੇ ਰਹਿੰਦੇ ਸਨ, ਕਿਉਂਕਿ ਉਹਨਾਂ ਦੇ ਜੀਵਨ ਚ ਕੀ ਸੀ ਵੀ ਸੱਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ ਜੀ। ਪਰਮਾਤਮਾ ਦਾ ਨਾਮ ਹੀ ਬੋਲਦੇ ਜ਼ਰੂਰ ਸੀ। ਉਹ ਬੋਲਦੇ ਸਨ ਜਦੋਂ ਕੋਈ ਪਿਆਰਾ ਮਿਲਦਾ ਸੀ, ਸੰਤ ਮਿਲੇ ਕੁਛ ਕਹੀਏ ਸੁਣੀਏ, ਮਿਲੇ ਅਸੰਤ ਮਸਤ ਕਰ ਰਹੀਏ। ਬਾਬਾ ਬੋਲ ਨਾ ਕਿਆ ਕਹੀਏ, ਬੋਲਤ ਬੋਲਤ ਵੱਡੇ ਵਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹ ਕਬੀਰ ਸੂਛਾ ਘੱਟ ਬੋਲੇ, ਭਰਿਆ ਹੋਏ ਨਾ ਕਬਹੂ ਡੋਲੇ। ਸੂਛਾ ਭਾਵ ਕੇ ਖਾਲੀ ਖਾਲੀ ਘੜੇ ਵੱਜਦੇ ਨੇ, ਜਿਹੜੇ ਭਰੇ ਹੁੰਦੇ ਉਹ ਨਹੀਂ ਕਦੀ ਬੋਲਦੇ ਜੀ। ਇਸ ਪ੍ਰਕਾਰ ਸੰਗਤ ਵਿੱਚ ਬੈਠੇ ਰਹਿੰਦੇ ਸਨ ਤਾਂ ਨੀਵੀਂ ਪਾ ਕੇ ਬੈਠਦੇ ਸਨ। ਸਮਾਂ ਚੱਲਦਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਤਾ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ, ਗੁਰੂ ਹਰਗੋਬਿੰਦ ਸਾਹਿਬ ਜੀ। ਔਰ ਇੱਥੇ ਮਹਾਰਾਜ ਸਾਹਿਬ ਜੀ ਨੇ ਜਿਹੜੀ ਗੁਰਤਾ ਗੱਦੀ ਆ ਉਹ ਦਾਤਾ ਜੀ ਨੇ ਗੁਰੂ ਹਰਰਾਏ ਸਾਹਿਬ ਆਪਣੇ ਪੋਤੇ ਨੂੰ ਬਖਸ਼ੀ ਜੀ। ਤੇ ਦਾਤਾ ਜੀ ਆਪ ਜਦੋਂ ਪ੍ਰਭਪੁਰ ਪਿਆਨਾ ਕਰਨ ਲੱਗੇ ਤਾਂ ਬਾਬਾ ਸੂਰਜਮਲ ਜੀ, ਮਾਤਾ ਮਰਵਈ ਜੀ, ਮਾਤਾ ਮਰਵਈ ਜੀ ਨੂੰ ਨਾਲ ਲੈ ਕੇ ਤੇ ਕੁਛ ਕੁ ਨਾਰਾਜ਼ ਮਨ ਵਿੱਚ ਆਇਆ ਵੀ ਸਾਨੂੰ ਗੱਦੀ ਨਹੀਂ ਦਿੱਤੀ ਜੀ।
ਤੇ ਇਸ ਪ੍ਰਕਾਰ ਉਹਨਾਂ ਦੇ ਮਨ ਵਿੱਚ ਸੀਗਾ ਵੀ ਸਾਨੂੰ ਵਾਂਝਾ ਕਰ ਦਿੱਤਾ, ਪੋਤਰੇ ਨੂੰ ਗੱਦੀ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜੀਵਨ ਦੀਆਂ ਘਟਨਾ ਜਿਹੜੀਆਂ ਇਸ ਤਰ੍ਹਾਂ ਦੀਆਂ ਵਾ, ਇੱਕ ਤਾਂ ਇਹ ਘਟਨਾ, ਇੱਕ ਬਾਬਾ ਟਲ ਰਾਏ ਜੀ ਦਾ ਕਾਰ ਚਲਾਣਾ ਹੋ ਜਾਣਾ, ਜਿਵੇਂ ਕਿੰਨੀ ਕੁ ਬਰਕਤ ਆ ਗੁਰੂ ਕੇ ਸਾਹਿਬਜ਼ਾਦਿਆਂ ਵਿੱਚ ਵਸਦੀ, ਕਿੰਨੀਆਂ ਕੁ ਕਰਾਮਾਤਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ 'ਚ, ਇਹ ਬਿਆਨ ਹੀ ਨਹੀਂ ਕੀਤੀਆਂ ਜਾ ਸਕਦੀਆਂ। ਗੁਰੂ ਤਾਂ ਥਾ ਸੱਦ ਰਿਹਾ। ਬਿਲਕੁਲ ਜੀ। ਬਾਬਾ ਟਲ ਰਾਏ ਜੀ ਦਾ ਬੁੰਗਾ ਅੱਜ ਵੀ ਉਹ ਵੱਡਾ ਗੁਰਦੁਆਰਾ ਸਾਹਿਬ, ਉੱਚੀ ਇਮਾਰਤ ਸ਼ੋਭਾ ਪਾ ਰਹੀ ਆ। ਬਾਬਾ ਜੀ ਨੇ ਮੋਹਨ ਦੇ ਸਿਰ ਮੀਟੀ ਆਈ ਸੀ ਖੇਡਦਿਆਂ ਖੇਡਦਿਆਂ, ਉਹ ਰਾਤੀ ਸੌਂ ਗਿਆ ਤੇ ਉਹਨੂੰ ਸੱਪ ਲੜ ਗਿਆ ਸੀ। ਬਾਬਾ ਟਲ ਜੀ ਗਏ ਤੇ ਉਹਨੂੰ ਜਾ ਕੇ ਕਹਿਣ ਲੱਗੇ ਕਿ ਮੋਹਨ ਉੱਠ ਸਾਡੀ ਮੀਟੀ ਦੇ, ਤੇ ਉਹਦੀ ਮਾਂ ਨੇ ਮੋਹਰੋਂ ਕਹਿਤਾ, ਕਹਿਣ ਲੱਗੇ ਗੁਰੂ ਕੇ ਲਾਲ, ਗੁਰੂ ਕੇ ਸਾਹਿਬਜ਼ਾਦੇ, ਮੋਹਨ ਨਹੀਂ ਉੱਠ ਸਕਦਾ ਕਿਉਂਕਿ ਮਰ ਗਿਆ ਵਾ, ਇਹਨੂੰ ਸੱਪ ਲੜ ਗਿਆ ਜੀ। ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਬੇਬੇ ਇਹ ਖਚਰਾ ਹੋਇਆ ਵਾ, ਜਾਣ ਕੇ ਮੀਟੀ ਦੇਣ ਦਾ ਮਾਰਾ ਏਦਾਂ ਕਰਦਾ, ਬੇਬੇ ਤੂੰ ਇਹਨੂੰ ਆਵਾਜ਼ ਮਾਰ ਤੇ ਇਹ ਉੱਠ ਪਵੇਗਾ। ਤੇ ਉਹਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਗੁਰੂ ਕੇ ਲਾਲ, ਗੁਰੂ ਕੇ ਸਾਹਿਬਜ਼ਾਦੇ, ਮੈਂ ਆਵਾਜ਼ ਮਾਰਦੀ ਸਾਂ ਜਦੋਂ ਨੀਂਦ ਵਿੱਚ ਸੁੱਤਾ ਹੁੰਦਾ ਸੀ ਜੀ। ਅੱਜ ਨੀਂਦ ਵਿੱਚ ਨਹੀਂ ਸੁੱਤਾ, ਅੱਜ ਮੇਰੀ ਆਵਾਜ਼ ਇੱਥੇ ਨਹੀਂ ਜਾਣੀ, ਇੱਥੇ ਤਾਂ ਤੇਰਾ ਬਾਪੂ ਤੇ ਤੂੰ ਆਵਾਜ਼ ਮਾਰੇ ਤੇ ਸ਼ਾਇਦ ਤੇ ਉੱਠ ਜਾਵੇ। ਵਾਹਿਗੁਰੂ। ਇਹ ਤੁਸੀਂ ਆਵਾਜ਼ ਮਾਰੋ ਤੇ ਉੱਠ ਜਾਵੇਗਾ, ਸ਼ਾਇਦ ਨਹੀਂ ਮੇਰੇ ਮੁਖ ਚੋਂ ਨਿਕਲ ਗਿਆ, ਸ਼ਾਇਦ ਨਹੀਂ ਤੁਸੀਂ ਆਵਾਜ਼ ਮਾਰੋਗੇ ਤੇ ਉੱਠ ਜਾਵੇਗਾ ਜੀ। ਤੇ ਬਾਬਾ ਜੀ ਨੇ ਜਿਹੜੇ ਉਹਨਾਂ ਹੱਥ ਖੁੰਡੀ ਸੀ, ਡੰਡਾ ਸੀ, ਉਹ ਗਲ ਵਿੱਚ ਪਾ ਕੇ ਖੜਾ ਕਰਤਾ। ਕਹਿਣ ਲੱਗੇ ਹੋਏ ਐਵੇਂ ਖਚਰਾ ਨਾ ਬਣ, ਉੱਠ ਮੀਟੀ ਦੇ। ਤੇ ਸਾਰੀ ਦਿਹਾੜੀ ਮੋਹਨ ਖੇਡਦਾ ਰਿਹਾ। ਜਦੋਂ ਸ਼ਾਮ ਨੂੰ ਘਰ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਸੀ, ਪੁੱਤਰ ਦੇਖ ਹੁਣ ਜਾਂ ਤੂੰ ਰਵੇਂਗਾ ਤੇ ਜਾਂ ਮੈਂ। ਬਾਪੂ ਜੀ ਗੱਲ ਕੀ? ਕਹਿੰਦੇ ਗੱਲ ਇਹ ਆ ਕਿ ਆਪਾਂ ਪ੍ਰਮਾਤਮਾ ਦੀ ਜਿਹੜੀ ਰਜਾ ਹੈ ਨਾ, ਪ੍ਰਮਾਤਮਾ ਦੀ ਜਿਹੜੀ ਮੌਜ ਹੈ, ਪ੍ਰਮਾਤਮਾ ਦੀ ਅਮਾਨਤ ਵਿੱਚ ਖਿਆਨਤ ਨਹੀਂ ਪਾ ਸਕਦੇ। ਤਾਂ ਉਸ ਵੇਲੇ ਫਿਰ ਇਸ ਜਗ੍ਹਾ ਤੇ ਆ ਗਏ ਸੀ ਬਾਬਾ ਜੀ ਟਲ ਰਾਏ ਜੀ, ਤੇ ਆਪਣੇ ਸਰੀਰ ਉੱਪਰ ਚਾਦਰ ਲੈ ਕੇ, ਚਾਦਰ ਓੜ ਲਈ ਸੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜੋਤ ਸਮਾ ਗਏ ਸੀ। ਇਸ ਘਟਨਾ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੋਰ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਕਰ ਦਿੱਤਾ। ਤੇ ਬਾਬਾ ਬੁੱਢਾ ਸਾਹਿਬ ਜੀ ਦੀ ਏਡੀ ਬਰਕਤ ਹੋਈ ਸੀ। ਬਾਬਾ ਬੁੱਢਾ ਸਾਹਿਬ ਜੀ ਨੇ 6 ਸਾਲ ਬਾਬਾ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਾਰਮਿਕ ਵਿਦਿਆ ਦਿੱਤੀ ਸੀ ਜੀ। ਪਰ ਵਾਰ-ਵਾਰ ਮੱਥਾ ਟੇਕਦੇ ਸੀ, ਕਹਿੰਦੇ ਸਨ ਇਹ ਕਰਨੀ ਦੇ ਭਰੇ ਹੋਏ ਸਾਹਿਬਜ਼ਾਦੇ, ਗੁਰੂ ਜੀ ਦੇ ਪਿਆਰੇ, ਮੈਂ ਤੁਹਾਡੇ ਆ, ਤੁਹਾਡੇ ਦਰਸ਼ਨ ਕਰਨ ਵਾਸਤੇ ਦੀਰਘ ਜਿਹੜੀ ਆਜੂ ਪ੍ਰਮਾਤਮਾ ਪਾਸੋਂ ਲਈ ਆ, ਮੈਂ ਇਸੇ ਲਈ ਤੁਹਾਡੇ ਦਰਸ਼ਨ ਕਰ ਰਿਹਾ। ਇਹ ਦੀਰਘ ਉਮਰ ਹੀ ਮੈਨੂੰ ਇਸੇ ਕਰਕੇ ਮਿਲੀ ਆ ਕਿ ਮੈਂ ਤੁਹਾਡੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਿਆ ਕਰ ਸਕਾਂ ਜੀ। ਤੋ ਸਤਿਗੁਰੂ ਸਾਹਿਬ ਜੀ ਨੇ ਸੂਰਜਮਲ ਜੀ ਦੀ ਮਾਤਾ ਜੀ ਨੂੰ, ਮਰਵਹੀ ਜੀ ਨੂੰ ਕੋਲ ਬੁਲਾ ਕੇ ਕਿਹਾ ਕਿ ਤੁਸੀਂ ਕਿਉਂ ਨਾਰਾਜ਼ ਹੁੰਦੇ ਹੋ? ਕਹਿੰਦੇ ਜੀ ਨਾਰਾਜ਼ ਇਸ ਕਰਕੇ ਆ ਵੀ ਤੁਸੀਂ ਸਾਨੂੰ ਵਾਂਝੇ ਕਰ ਦਿੱਤਾ। ਮਹਾਰਾਜ ਨੇ ਬਾਬਾ ਸੂਰਜਮਲ ਜੀ ਨੂੰ ਕਿਹਾ ਤੁਸੀਂ ਗੱਦੀ ਲੈਣੀ ਆ ਜੀ। ਉਹ ਕਹਿਣ ਲੱਗੇ ਨਹੀਂ ਮਹਾਰਾਜ ਮੈਨੂੰ ਗੱਦੀ ਨਹੀਂ ਚਾਹੀਦੀ। ਕਹਿੰਦੇ ਕੀ ਚਾਹੀਦਾ? ਕਹਿੰਦੇ ਮਹਾਰਾਜ ਮੈਨੂੰ ਸਿੱਖੀ ਚਾਹੀਦੀ ਆ। ਮਹਾਰਾਜ ਬਹੁਤ ਖੁਸ਼ ਹੋਏ, ਕਹਿੰਦੇ ਭਾਈ ਸਿੱਖੀ ਤੇਰੇ ਪਰਿਵਾਰ ਵਿੱਚੋਂ ਕਦੀ ਵਿਸਰੇਗੀ ਨਹੀਂ ਜੀ, ਕਿਉਂਕਿ ਸਾਡਾ ਸੁਭਾਅ ਆ ਸਿੱਖੀ ਤਾਂ ਕੋਈ ਮੰਗਦਾ ਹੀ ਨਹੀਂ। ਹੁਣ ਬਿਲਕੁਲ ਹੁਣ ਤਾਂ ਅਸੀਂ ਪਦਾਰਥ ਹੀ ਮੰਗਦੇ ਆ, ਪਦਾਰਥ ਵੀ ਮੰਗਦੇ ਆ ਗੁਰੂ ਕੋਲੋਂ, ਪਰ ਸਾਰੀ ਜ਼ਿੰਦਗੀ ਪਦਾਰਥਾਂ ਚ ਨਾ ਨਿਕਲ ਜਾਵੇ। ਮਹਾਰਾਜ ਕਹਿੰਦੇ ਜਿੱਥੇ ਪਦਾਰਥ ਮੰਗਦਾ ਉੱਥੇ ਪਰਮਾਰਥ ਵੀ ਮੰਗਿਆ ਕਰ। ਬਿਲਕੁਲ ਜੀ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਚੰਗਾ ਮੰਗਣਾ ਤੇ ਇਹ ਹੀ ਆ ਕਿ ਗੁਰੂ ਪਾਸੋਂ ਹਰ ਜਸ ਮੰਗੀਏ, ਪਰ ਸਾਡਾ ਸੁਭਾਅ ਨਾ ਵੀ ਬਾਵਨੀ ਅੱਖਰੀ ਚ ਇੱਕ ਮਹਾਰਾਜ ਨੇ ਬਚਨ ਕਿਹਾ ਵੀ ਮੰਮਾ ਮੰਗਣੇ ਹਾਰ ਇਹਾਨਾ, ਦੇਣ ਹਾਰ ਦੇ ਰਿਓ ਸਜਾਨਾ, ਜੋ ਮੰਗੇ ਤੋਂ ਮੰਗੇ ਵੀ ਆ ਜੀ। ਮਹਾਰਾਜ ਕਹਿੰਦੇ ਜਦੋਂ ਮੰਗਦਾ ਪਦਾਰਥ ਹੀ ਮੰਗਦਾ, ਤੇ ਜੇ ਤੇ ਤੂੰ ਖੁਸ਼ਲ ਕਦੀ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਤੇ ਪਦਾਰਥਾਂ ਨਾਲ ਦੇਖੋ ਲੱਕੜਾਂ ਨਾਲ ਕਦੀ ਅੱਗ ਨਹੀਂ ਰੱਜੀ, ਇਸ ਕਰਕੇ ਉਹਨੇ ਨਹੀਂ ਰੱਜਣਾ। ਤ੍ਰਿਸ਼ਨਾ ਕਦੀ ਵੀ ਜਿਹੜੀ ਆ ਉਹ ਇਹ ਪਦਾਰਥਾਂ ਨਾਲ ਨਹੀਂ ਰੱਜਦੀ ਹੁੰਦੀ ਜੀ। ਉਹਨੇ ਸੰਤੋਖ ਨਾਲ ਰੱਜਣਾ ਹੁੰਦਾ, ਬਿਨਾਂ ਸੰਤੋਖ ਨਹੀਂ ਕੋਈ ਰੱਜ ਜੀ। ਮਹਾਰਾਜ ਨੇ ਬੜਾ ਖੁਸ਼ੀ ਮਹਿਸੂਸ ਕੀਤੀ ਔਰ ਕਿਹਾ ਵੀ ਤੂੰ ਤੇਰੇ ਘਰ ਵਿੱਚ ਸਿੱਖੀ ਰਹੇਗੀ, ਸਿੱਖੀ ਤੇਰੇ ਘਰ ਵਿੱਚ ਰਹੇਗੀ ਜੀ। ਜਦੋਂ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਸਾਹਿਬ ਜੀ ਕੋਲ ਆਏ, ਮਾਤਾ ਗੁਜਰ ਕੌਰ, ਉਦੋਂ ਹਜ਼ੂਰ ਦੇ ਆਨੰਦ ਕਾਰਜ ਹੋ ਗਏ ਸਨ ਜੀ। ਤੇ ਬੜੀ ਨਿਮਰਤਾ ਨਾਲ ਕਿਹਾ ਮਹਾਰਾਜ ਸਾਡੇ ਲਈ ਕੀ ਆਗਿਆ? ਪਹਿਲੀ ਬੇਨਤੀ ਤਾਂ ਇਹ ਆ ਵੀ ਦੇਖੋ ਮੈਂ
ਮੇਰਾ ਜੀਵਨ ਤੁਹਾਡੇ ਨਾਲ ਆ, ਕਿਉਂਕਿ ਪਤਨੀ ਦਾ ਜੀਵਨ ਪਤੀ ਨਾਲ ਹੀ ਹੁੰਦਾ ਹੈ। ਤੁਸੀਂ ਜਾ ਰਹੇ ਹੋ, ਮੇਰਾ ਜੀਵਨ ਵੀ ਤੁਹਾਡੇ ਨਾਲ ਹੈ, ਮੈਨੂੰ ਵੀ ਆਪਣੇ ਨਾਲ ਲੈ ਜਾਓ ਜੀ। ਤੇ ਉਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਮਾਤਾ ਨਾਨਕੀ ਸਾਹਿਬ ਨੂੰ ਵੀ, ਨਾਨਕੀ ਇੱਕ ਤਾਂ ਇਹ ਆ ਵੀ ਜਿਹੜੀ ਆਜੂ ਹੁੰਦੀ ਹੈ ਨਾ, ਸਵਾਸ ਹੁੰਦੇ ਆ, ਉਹ ਆਪੋ ਆਪਣੇ ਹੁੰਦੇ ਆ। ਇੱਕ ਤਾਂ ਇਹ ਆ, ਦੂਜੇ ਦਾ ਕਾਰਨ ਇਹ ਆ ਵੀ ਤੁਸੀਂ ਹਜੇ ਪੋਤਰੇ ਦਾ ਮੁੱਖ ਦੇਖਣਾ ਆ, ਤੁਹਾਡੀ ਹਜੇ ਡਿਊਟੀ ਸੇਵਾ ਹੋ ਰਿਹਾ, ਪੋਤਰੇ ਨੂੰ ਖੜਾ ਕੇ ਆਉਣਾ। ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਕੋਲੋਂ ਇੱਕ ਕੁਟਾਰ, ਇੱਕ ਰੁਮਾਲ, ਇੱਕ ਪੋਥੀ ਸਾਹਿਬ ਆਪਣੀ ਨੌ ਮਾਤਾ ਗੁਜਰ ਕੌਰ ਨੂੰ ਦਿੱਤੀ। ਲੈ ਧੀਏ ਰੱਜ ਕੇ ਬਾਣੀ ਪੜ੍ਹਨੀ ਆ, ਕਿਉਂਕਿ ਤੇਰੀ ਗੋਦ ਤੋਂ ਤੇਰੇ ਰਾਹੀਂ ਜਿਹੜਾ ਸੰਸਾਰ ਤੇ ਆ ਰਿਹਾ ਨਾ, ਮਹਾਂਬਲੀ ਸੰਸਾਰ ਤੇ ਪ੍ਰਗਟ ਹੋਣਾ ਹੈ ਜੀ। ਤੇ ਜਿਸਨੇ ਤੇਰੇ ਆਸਣ ਤੇ ਬੈਠਣਾ ਹੈ, ਸਿੰਘਾਸਣ ਤੇ ਬੈਠਣਾ ਹੈ, ਉਹ ਸਿੰਘਾਸਣ ਇੰਨਾ ਬਲਵਾਨ ਹੋਣਾ ਚਾਹੀਦਾ, ਇੰਨਾ ਮਹਾਨ ਹੋਣਾ ਚਾਹੀਦਾ ਹੈ। ਜਿਸਨੇ ਆਸਣ ਤੇ ਬੈਠਣਾ ਹੈ, ਉਹ ਬਹੁਤ ਮਹਾਨ ਆ ਰਿਹਾ ਸੰਸਾਰ ਜੀ। ਔਰ ਜਿਹੜਾ ਰੁਮਾਲ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤਾ, ਕੁਟਾਰ ਦਿੱਤੀ, ਪੋਥੀ ਸਾਹਿਬ ਦਿੱਤੀ, ਤੇ ਇੱਕ ਕਿਤਾਬ ਦੇ ਕੇ ਕਿਹਾ ਮੇਰੇ ਪੋਤਰੇ ਨੂੰ ਦੇਣੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜੀ। ਇਸ ਪ੍ਰਕਾਰ ਅਰੇ ਨਾਲ ਬਚਨ ਕਰ ਦਿੱਤਾ ਵੀ ਤੁਸੀਂ ਹੁਣ ਇੱਥੇ ਨਹੀਂ ਰਹਿਣਾ, ਤੁਸੀਂ ਬਾਬੇ ਬਕਾਲੇ ਚਲੇ ਜਾਓ। ਬਕਾਲਾ ਨਾਮ ਸੀ, ਬਾਬਾ ਇਹਦਾ ਨਾਮ ਬਾਹਲਾ ਪੈਂਦਾ, ਕਿਉਂਕਿ ਕਦੀ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸੀ ਜੀ। ਇਹ ਹਾਂ, ਬਾਬਾ ਮੇਰਾ ਜੀ ਉਹਦਾ ਨਾਂ ਸੀਗਾ, ਜਿਹਦੇ ਘਰ ਰਹੇ ਸੀ ਸਤ ਜੀ। ਉਹਨੇ ਕਈ ਕਿਹਾ ਸੀ ਮਹਾਰਾਜ ਮੇਰੇ ਕੋਲ ਹੋਰ ਠਹਿਰੋ, ਤੇ ਮਹਾਰਾਜ ਕਹਿੰਦੇ ਸੀ ਠਹਿਰਾਂਗੇ, ਇੱਕ ਐਸਾ ਸਮਾਂ ਆਵੇਗਾ, ਲੰਬਾ ਸਮਾਂ ਤੇਰੇ ਘਰ ਬੈਠ ਕੇ ਬੰਦਗੀ ਕਰਾਂਗੇ। तो महाराज साहब जी, गुरु तेग बहादुर साहब जी, माता नानकी साहब जी, माता गुजर कौर जी बाबे बकाले आ गए जी। ते बाबे बकाले हजूर दा नेम सी लम्मा समा बैठ के परमात्मा दी भगती करनी, आराधना करनी जी। ते फिर कभी थोड़ा जिहा समा मिलना ते फिर घोड़ी ते सवार होके थोड़ी जी सैर करनी, बाहर थोड़ा जिहा निकलना बाबे बकाले तो, ਤੇ ਫਿਰ ਆ ਕੇ ਉੱਥੇ ਬੈਠ ਜਾਣਾ ਤੇ ਪਰਮਾਤਮਾ ਦੀ ਬੰਦਗੀ ਕਰਨੀ। ਉਹਨਾਂ ਦੀ ਬੰਦਗੀ ਵਿੱਚ ਮਾਤਾ ਗੁਜਰ ਕੌਰ ਜੀ ਨੇ ਸਹਾਇਤਾ ਕਰਨੀ। ਮਾਤਾ ਗੁਜਰ ਕੌਰ ਜੀ ਉਹਨਾਂ ਦੇ ਬੂਹੇ ਮੂਹਰੇ ਬੈਠਦੇ ਸਨ ਔਰ ਬੰਦਗੀ ਵਿੱਚ ਸਹਾਇਤਾ ਕਰਦੇ ਸਨ, ਪਹਿਰਾ ਦਿੰਦੇ ਸਨ ਮਾਤਾ ਗੁਜਰ ਕੌਰ ਜੀ। ਔਰ ਇਹ ਵੇਰਵਾ ਗੁਰੂ ਗੋਬਿੰਦ ਸਿੰਘ ਨੇ ਆਪਣੀ ਬਾਣੀ ਚ ਵੀ ਦਿੱਤਾ ਵੀ ਤਾਤ ਮਾਤ ਮੋਰੇ ਅਲਖ ਅਰਾਧਾ, ਬਹੁ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਪਇਓ ਪ੍ਰਸੰਨ ਗੁਰਦੇਵਾ। ਇਹ ਹਜੂਰ ਨੇ ਵੇਰਵਾ ਵੀ ਦਿੱਤਾ ਜੀ। ਇਸੇ ਪ੍ਰਕਾਰ ਮਹਾਰਾਜ ਬਾਬੇ ਬਕਾਲੇ ਬੈਠ ਕੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰ ਰਹੇ ਸਨ, ਸੱਚੇ ਪਾਤਸ਼ਾਹ ਜੀ ਭਜਨ ਕਰ ਰਹੇ ਸਨ। ਕਿਉਂਕਿ ਦੇਖੋ ਸਿਮਰਨ ਵਿੱਚ ਜਿਹੜਾ ਹੁੰਦਾ ਨਾ, ਪਰਮਾਤਮਾ ਦਾ ਸਿਮਰਨ ਹੈ ਜੀ। ਕੁਰਬਾਨੀ ਜਿਹੜੀ ਹੈ ਨਾ, ਉਹ ਸਿਮਰਨ ਤੋਂ, ਆਬਾਦਤ ਤੋਂ ਸ਼ਹਾਦਤ ਆ, ਤੇ ਸਿਮਰਨ ਤੋਂ ਜਿਹੜੀ ਕੁਰਬਾਨੀ ਵਾਲੇ ਪਾਸੇ ਨੂੰ ਮਹਾਰਾਜ ਨੇ ਲੈ ਕੇ ਜਾਣਾ। ਉਹਨਾਂ ਦੀ ਜਿਹੜਾ ਸਿਮਰਨ ਆ ਉਹ ਨੀਂਹ ਆ, ਤੇ ਜਿਹੜਾ ਸ਼ਹਾਦਤ ਆ ਉਹ ਕਲਸ਼ ਆ ਜੀ। ਉਹ ਬੰਦਗੀ ਕਰਕੇ ਕੋਈ ਜਿੱਡੀ ਵੱਡੀ ਆਬਾਦਤ ਹੋਵੇ, ਸ਼ਹਾਦਤ ਓਡੀ ਵੱਡੀ ਹੁੰਦੀ ਹੈ। ਜਿਹੜੀ ਆਬਾਦਤ ਨਹੀਂ ਹੈ ਉਹਦੀ ਸ਼ਹਾਦਤ ਨਹੀਂ ਹੋ ਸਕਦੀ। ਪਹਿਲਾਂ ਆਬਾਦਤ ਕੀਤੀ ਜਾਂਦੀ ਹੈ, ਫਿਰ ਸ਼ਹਾਦਤ ਵਾਲੇ ਪਾਸੇ ਤੁਰਿਆ ਜਾਂਦਾ ਹੈ। ਬਿਲਕੁਲ ਜੀ। ਤੋਂ ਮਹਾਰਾਜ ਸਾਹਿਬ ਜੀ ਇੱਥੇ ਸਿਮਰਨ ਕਰ ਰਹੇ ਸਨ, ਬੈਠ ਕੇ ਪਰਮਾਤਮਾ ਦਾ ਭਜਨ ਕਰਦੇ ਸਨ। ਇੱਧਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਸੰਸਾਰ ਨੂੰ ਤਾਰਦੇ ਹੋਏ ਦਿੱਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਗਏ ਜੀ। ਤੇ ਜਿਵੇਂ ਅੱਜ ਆ ਸਾਰੇ ਦੇਸ਼ ਵਿਸ਼ਵ ਭਰ ਮਹਾਮਾਰੀ ਪਈ ਹੋਈ ਆ, ਉਦੋਂ ਵੀ ਦਿੱਲੀ ਵਿੱਚ ਪਲੇਗ ਦੀ ਬਿਮਾਰੀ ਜਿਹੜੀ ਸੀ ਉਹ ਬੜੀ ਜ਼ੋਰ ਨਾਲ ਫੈਲ ਰਹੀ ਸੀ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਸੰਗਤਾਂ ਆਈਆਂ, ਹਜ਼ੂਰ ਨੇ ਆਪਣੇ ਚਰਨ ਜਿਹੜੇ ਆ, ਚਰਨ ਉਦਕ ਮਹਾਰਾਜ ਨੇ ਜਿਹੜੇ ਧੋ ਕੇ ਆਪਣੇ ਚਰਨ ਦਿੱਤੇ, ਲੋਕਾਂ ਨੇ ਜਲ ਛਕਿਆ। ਦੇਖੋ ਗੱਲ ਆ, ਸੱਚੇ ਪਾਤਸ਼ਾਹ ਜੀ ਜਿਹੜੇ ਆ ਨਾ ਉਹ ਪਾਰਸ ਆ ਜੀ। ਗੁਰੂ ਸੱਚੇ ਪਾਤਸ਼ਾਹ ਜੀ ਰੋਗੀ ਕਾ ਤੁਮ ਖੰਡੋ ਰੋਗ ਜੀ, ਗੁਰੂ ਤੇ ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਤ ਜਵਾਏ ਜੀ। ਜਾਂ ਆਪਾਂ ਬਚਨ ਪੜ੍ਹਦੇ ਆ, ਗਿਆ ਕਲੇਸ਼, ਇਹ ਜਿਹੜਾ ਮਹਾਰਾਜ ਕਹਿੰਦੇ ਨਾ, ਜਨਮ ਜਨਮ ਕੇ ਦੁੱਖ ਨਿਵਾਰੇ, ਸੂਗਾ ਮਨ ਸੁਧਾਰੇ, ਦਰਸ਼ਨ ਭੇਟ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਗੁਰੂ ਤਾਂ ਸੱਚੇ ਪਾਤਸ਼ਾਹ ਸਮਰੱਥ ਨੇ ਜੀ। ਦਾਤਾ ਜੀ ਨੇ ਇਸੇ ਪ੍ਰਕਾਰ ਹੀ ਹਜੂਰ ਦੇ ਚਰਨਾਂ ਦਾ ਜਲ ਦਿੱਤਾ, ਬਿਮਾਰੀ ਨੂੰ ਥੰਮ ਲਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ, ਕਿਉਂਕਿ ਇਹ ਸੱਚੇ ਪਾਤਸ਼ਾਹ ਦੀ ਮੌਜ ਸੀ, ਇਹ ਦਾਤ ਜੋਤ ਖਸਮੇ ਵਡਿਆਈ ਜੀ ਔਰ ਜਿਸ ਨੂੰ ਪ੍ਰਾਪਤ ਹੋਣੀ ਹੁੰਦੀ ਸੀ ਉਹ ਧੁਰੋਂ ਨਵਾਜੇ ਹੋਏ ਆਏ ਨੇ। ਜੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੋਤ ਦੇ ਮਾਲਕ ਬਣਨਾ ਸੀ, ਜੀ ਇਸ ਲਈ ਮਹਾਰਾਜ ਸਾਹਿਬ ਜੀ ਨੇ, ਦਾਤਾ ਜੀ ਨੇ ਆਪਣੇ ਸਰੀਰ ਨੂੰ ਆਪਣੀ ਮੌਜ ਵਿੱਚ ਸੰਸਾਰ ਤੋਂ ਓਹਲੇ ਕਰਨਾ ਸੀ। ਵਾਹਿਗੁਰੂ ਜੀ ਬਹੁਤ ਲੋਕਾਂ ਦਾ ਦਾਤਾ ਸਤਿਗੁਰੂ ਜੀ ਨੇ ਉੱਥੇ ਦਿੱਲੀ ਵਿੱਚ ਸੰਗਤਾਂ ਦਾ ਭਲਾ ਕੀਤਾ, ਜੀ ਇਸ ਬਿਮਾਰੀ ਤੋਂ, ਇਸ ਰੋਗ ਤੋਂ ਲੋਕਾਂ ਨੂੰ ਨਿਆਵਤ ਦਵਾਈ, ਤੰਦਰੁਸਤ ਕੀਤਾ। ਜੀ ਤੇ ਸੱਚੇ ਪਾਤਸ਼ਾਹ ਜੀ ਆਪ, ਦਾਤਾ ਜੀ ਜਦੋਂ ਪ੍ਰਭੂ ਪਿਆਨਾ ਕਰਨ ਲੱਗੇ ਤੇ ਦਾਤਾ ਜੀ ਨੇ ਇੱਕ 5 ਪੈਸੇ ਨਾਰੀਅਲ ਲੈ ਕੇ, ਥਾਲ ਲੈ ਕੇ 2 ਵਾਰੀ ਘੁਮਾ ਕੇ ਮਹਾਰਾਜ ਨੇ ਤੇ ਇਹ ਬਚਨ ਮੁਖ ਚੋਂ ਕਹਿਤਾ ਕਿ ਬਾਬਾ ਵਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ। ਵਾਹਿਗੁਰੂ ਤੇ ਕੋਲ ਖੜਾ ਸੀ ਉਹਨਾਂ ਦੇ ਸੇਵਾਦਾਰ ਭਾਈ ਦਰਗਾਹ ਮਲ ਜੀ। ਜੀ ਉਹਨਾਂ ਕਿਹਾ ਮਹਾਰਾਜ ਜੀ ਕੌਣ ਬਾਬਾ? ਕਹਿੰਦੇ ਉਹ ਆਪੇ ਪ੍ਰਗਟ ਹੋ ਜਾਣਗੇ, ਆਪੇ ਗੁਰੂ ਕੇ ਸਿੱਖ ਜਿਹੜੇ ਉਹ ਪ੍ਰਗਟ ਕਰ ਲੈਣਗੇ। ਵਾਹਿਗੁਰੂ ਤੇ ਭਾਈ ਦਰਗਾਹ ਮਲ ਜੀ ਨੇ ਇੱਕ ਨਾਰੀਅਲ, 5 ਪੈਸੇ ਜੋ ਦਾਤਾਂ ਹਜ਼ੂਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਤੀਆਂ, ਜੀ ਉਹ ਲੈ ਕੇ ਭਾਈ ਦਰਗਾਹ ਮਲ ਜੀ ਦਿੱਲੀ ਤੋਂ ਬਾਬਾ ਬਕਾਲਾ ਵੱਲ ਨੂੰ ਰਵਾਨਾ ਹੋ ਗਏ। ਜੀ ਜਦੋਂ ਦਿੱਲੀ ਤੋਂ ਰਵਾਨਾ ਹੋ ਕੇ ਬਾਬੇ ਬਕਾਲੇ ਆਏ ਤੇ ਮਾਤਾ ਨਾਨਕੀ ਸਾਹਿਬ ਜੀ ਨੇ ਭਾਈ ਗੜੀਏ ਨੂੰ ਅੰਮ੍ਰਿਤਸਰ ਸਾਹਿਬ ਤੋਂ ਸੱਦਿਆ। ਇਹ ਭਾਈ ਗੜੀਆ ਉਹ ਹੀ ਆ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਹੀ ਪਿਆਰ ਕੀਤਾ। ਜੀ ਇਹ ਬ੍ਰਹਮ ਗਿਆਨੀ ਗੁਰੂ ਕਾ ਸਿੱਖ ਸੀ। ਜੀ ਭਾਈ ਗੜੀਆ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਏ। ਭਾਈ ਦਵਾਰਕਾ ਦਾਸ ਜੀ ਜਿਹੜੇ ਉਹ ਭੱਲਿਆਂ ਦੀ ਕੁੱਲ ਵਿੱਚੋਂ ਗੋਂਦਵਾਲ ਸਾਹਿਬ ਦੀ ਧਰਤੀ ਤੋਂ ਆਏ। ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਵਿੱਚੋਂ ਬਾਬਾ ਗੁਰਦਿੱਤਾ ਜੀ। ਜੀ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰਾਤਾ ਵੀ ਨੇ, ਪਰ ਇਹ ਬਾਬਾ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਕੁੱਲ ਚ। ਜੀ ਉਹ ਬਾਬੇ ਦੀ ਬੀੜ ਤੋਂ ਆਏ। ਦਰਗਾਹ ਮਲ ਜੀ ਦਿੱਲੀ ਤੋਂ ਆਏ। ਚਾਰਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਦੇ ਦਿੱਤੀ। ਜੀ ਆਖਦੇ ਕਿ ਬਾਬਾ ਮੱਖਣ ਸਾਹਿਬ ਜੀ ਬਹੁਤ ਚਿਰ ਬਾਅਦ ਵਿੱਚ ਆਉਂਦੇ ਨੇ। ਜੀ ਜਦੋਂ ਗੁਰਿਆਈ ਗੱਦੀ ਦਿੱਤੀ ਤੇ ਆਖਿਆ ਮਹਾਰਾਜ ਸਾਹਿਬ ਜੀ ਜੋਤ ਹੁਣ ਤੁਹਾਡੇ ਵਿੱਚ ਟਿਕ ਗਈ ਆ, ਮਹਾਰਾਜ ਜੀ ਆਪ ਕਿਰਪਾ ਕਰੋ। ਤੇ ਸਤਿਗੁਰਾਂ ਨੇ ਉੱਥੇ ਕਹਿ ਦਿੱਤਾ ਭਾਈ ਗੜੀਆ ਜੀ ਸਾਨੂੰ ਕਿਸੇ ਨੇ ਪ੍ਰਗਟ ਨਹੀਂ ਕਰਨਾ, ਸਮਾਂ ਆਵੇਗਾ ਆਪਣੇ ਆਪ ਸਭ ਕੁਝ ਸਮਾਂ ਸੰਭਾਲ ਲਵੇਗਾ, ਤੁਸੀਂ ਬੈਠ ਕੇ ਪ੍ਰਮਾਤਮਾ ਦਾ ਭਜਨ ਕਰੋ। ਇਹ ਗੱਲ ਨਹੀਂ ਕਿਸੇ ਨਾਲ ਕਰਨੀ, ਕਿਸੇ ਨੇ ਸਾਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਵਾਹਿਗੁਰੂ ਉਸ ਵੇਲੇ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਬਾ ਗੜੀਆ ਜੀ ਬੈਠ ਗਏ ਤੇ ਦਾਤਾ ਜੀ ਨਿਰੰਤਰ ਉਸੇ ਪ੍ਰਕਾਰ ਪ੍ਰਮਾਤਮਾ ਦੀ ਬੰਦਗੀ ਕਰਦੇ ਰਹੇ। ਜੀ ਅੱਜ ਕੁਝ ਪਿੱਛੇ ਜੇ ਲੋਕਾਂ ਨੇ ਸ਼ੰਕੇ ਵੀ ਪਾਏ ਸੀਗੇ ਵੀ ਬਾਬੇ ਬਕਾਲੇ ਤੋਂ ਪ੍ਰਚਾਰ ਕਰਨ ਜਾਂਦੇ ਸੀ ਜੀ, ਉਹ ਤਾਂ ਉੱਥੇ ਰਹਿੰਦੇ ਨਹੀਂ ਸੀ। ਨਰਮੂਲ ਗੱਲਾਂ ਨੇ, ਇਹਨਾਂ ਗੱਲਾਂ ਵਿੱਚ ਕੋਈ ਤੱਥ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਪਾਤਸ਼ਾਹ ਤੱਕ ਕੇਵਲ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਮਹਾਰਾਜ ਗੁਰੂ ਰਾਮਦਾਸ ਨੇ ਭੇਜਿਆ ਸੀ ਪ੍ਰਚਾਰ ਵਾਸਤੇ ਔਰ ਵਿਆਹ ਸਮਾਰੋਹ ਦੇ ਵਿੱਚ। ਜੀ ਇਸ ਤੋਂ ਪਹਿਲਾਂ ਕੋਈ ਵੀ ਗੁਰੂ ਗੁਰਤਾ ਗੱਦੀ ਤੇ ਬਹਿਣ ਤੋਂ ਪਹਿਲਾਂ ਕਿਤੇ ਵੀ ਪ੍ਰਚਾਰ ਕਰਨ ਵਾਸਤੇ ਨਹੀਂ ਗਏ। ਬਿਲਕੁਲ ਜੀ। ਕੋਈ ਵੀ ਨਾ ਇਹਨਾਂ ਨੂੰ ਕਿਹਾ ਸੀ ਸਾਨੂੰ ਦੱਸੋ, ਕੋਈ ਰਿਟਰਨ ਦਿਓ, ਫਿਰ ਦੱਸੋ ਕਿਹੜੇ ਇਲਾਕੇ 'ਚ ਪ੍ਰਚਾਰ ਕਰਨ ਗਏ। ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਕਰਨ ਗਏ ਹੋਣ ਤੇ ਉੱਥੇ ਕੋਈ ਯਾਦ ਵੀ ਨਾ ਹੋਵੇ ਗੁਰੂ ਦੀ। ਬਿਲਕੁਲ ਬਿਲਕੁਲ ਜੀ, ਇਹਨਾਂ ਦਾ ਕੰਮ ਹੀ ਨਿੰਦਿਆ ਕਰਨਾ ਜੀ। ਕੋਈ ਘਟਨਾ ਵੀ ਵਾਪਰੀ ਨਾ ਹੋਵੇ ਮਹਾਰਾਜ ਨਾਲ, ਵੀ ਕਿਤੇ ਮਹਾਰਾਜ ਗਏ ਹੁਣ ਉਹਨਾਂ ਸਰੋਵਰ ਖੁਦਵਾਇਆ ਹੋਵੇ, ਕਿਤੇ ਗੁਰਦੁਆਰਾ ਬਣਾਇਆ ਹੋਵੇ, ਕਿਸੇ ਦੇ ਦੁੱਖਾਂ ਨੂੰ ਹਰਿਆ ਹੋਵੇ, ਕੋਈ ਕੌਤਕ ਕੀਤਾ ਹੋਵੇ, ਕੁਛ ਵੀ ਨਹੀਂ ਕੀਤਾ ਜੀ। ਬਿਲਕੁਲ ਬਿਲਕੁਲ। ਤਾਂ ਇਸ ਕਰਕੇ ਇਹਨਾਂ ਦਾ ਸ਼ੰਕਾ ਨਿਰਮੂਲ ਹੈ। ਕਿਉਂਕਿ ਐਵੇਂ ਬੇਬੁਨਿਆਦੀ ਐਵੇਂ ਕੋਈ ਬੇਮਤਲਬੀ ਮੈਂ ਸਮਝਦਾ ਵੀ ਐਵੇਂ ਇਹ ਤਰਕ ਦਾ ਵਿਸ਼ਾ ਨਾ ਸ਼ੁਰੂ ਕੀਤਾ ਹੋਇਆ। ਇਹ ਕਿਤੇ ਵੀ ਇਹਨਾਂ ਕੋਲ ਨਾ ਕੋਈ ਸਰੋਤ ਆ, ਸਾਰੇ ਸਰੋਤ ਇਸੇ ਤਰ੍ਹਾਂ ਜਿਵੇਂ ਆਪਾਂ ਬੋਲ ਰਹੇ ਹਾਂ। ਬਿਲਕੁਲ ਬਿਲਕੁਲ ਜੀ, ਏਦਾਂ ਹੀ ਨਹੀਂ, ਉਹ ਤਾਂ ਸਾਰੇ ਹਨ। ਤੋ ਗੁਰੂ ਕਿਰਪਾ ਕਰੇ ਉਸ ਵੇਲੇ ਸੱਚੇ ਪਾਤਸ਼ਾਹ ਜੀ ਬੈਠ ਕੇ ਆਰਾਧਨਾ ਕਰ ਰਹੇ ਸੀ, ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਹੋਏ ਸੀ। ਕਿਉਂਕਿ ਉਹਨਾਂ ਦੀ ਜਿੰਨੀ ਸਾਰੀ ਬਾਣੀ ਆ, ਜਿੰਨੇ ਸ਼ਬਦ ਨੇ, ਜਿੰਨੇ ਵਾਰਾਂ ਤੇ ਵਧੀਕ ਦੇ ਸ਼ਲੋਕ ਨੇ, ਉਹ ਸਾਰੇ ਸੱਚੇ ਪਾਤਸ਼ਾਹ ਸਾਨੂੰ ਨਾਮ ਵੱਲ ਪ੍ਰੇਰਿਤ ਕਰਦੇ, ਨਾਮ ਵਾਲੇ ਪਾਸੇ ਜੋੜਦੇ ਆ ਕਿ ਭਾਈ ਪ੍ਰਮਾਤਮਾ ਦਾ ਨਾਮ ਜਪੋ, ਨਾਮ ਜਪੋ।
हर जस रे मना गाय ले जो संगी है तेरो, अवसर बीत्यो जात है कहा मान लो मेरो, जहाँ चेतना है तो चेत ले निस दिन में प्राणी, छिन छिन औद बिहात है फूटे कट जो पानी। तो महाराज सानू वार वार भाई ਇਹ ਦੇਹ ਨੂੰ ਸਫਲਿਆ ਕਰ, ਹਨਾ, ਫਿਰਤ ਬਹੁਤੇ ਜਨਮ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ। ਸੋ ਵਾਰ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਯਾਦ ਦਿਵਾ ਰਿਹਾ ਕਿ ਭਾਈ ਤੂੰ ਪਰਮਾਤਮਾ ਨੂੰ ਮਿਲਣਾ ਆ, ਇਸ ਸਰੀਰ ਨੂੰ ਸਫਲਿਆ ਕਰਨਾ ਆ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ। तो इस प्रकार उस वेले सच्चे पातशाह जी जिथे आराधना कर रहे सी ते महाराज साहब दे घर दा एक सिख है भाई मक्खन शाह जी ते मक्खन शाह जी दा जेड़ा बेड़ा आ सूरत दी बंदरगाह ते वाले पासे आके जेड़ा वो डुबन लगदा है, जदों ओदे जेड़े एहलकार आ जां ओदे सिपाही आ जां ओदे जेड़े कर्मचारी आ दरबारी आ जी, उन्हें क्या शाह जी देखो असीं सारा यतन करके देख लिया वा पर बेड़ा अपना डुबदा जा रहा, साडे कोल होर कोई ताकत नहीं, कोई यतन नहीं, असीं बेड़े नूं बचा सकीए, तुसीं अपना बचाव कर सकदे हो ते कर लो। ते बाबा जी ने उस वेले क्या ठीक है जे तुसीं अपना जोर ला लिया, पर मेरे कोल एक मलाह होर है जी, मैं हुण उस मुरे अरदास करांगा, वो जिहड़ा मलाह ना आपां उहदे मुरे अरदास करदे हां। ते बाबा जी ने उस वेले इशनान मूंह हथ धोता, मूंह हथ धो करके पंज स्नाना कीता ते चित एकागर कर जप को पढ़ा जी, चित एकागर करके ते जपजी साहब दा पाठ कीता। कहंदे मेरे कोल एक ऐसा मलाह आ, केवल संसार दे बेड़े नहीं उस पर लोक दे बेड़े भी उपार लाउंदा आ। ते एकागर चित हो के ध्यान नाल बड़े सहज दे नाल बैठ के जपजी साहब दा पाठ कीता, क्योंकि ज्यों ज्यों ही बाणी पढ़ते जा रहे सन जेड़ा बेड़ा जो कंढे वाले पासे नूं तुरिया जा रहा सी, क्योंकि महाराज साहब जी ने बचन किया कि अपने सेवक की आपे राखे आपे नाम जपावे, जह जह काज कित सेवक की तहां तहां उठतावे, सेवक को निगटी होए दिखावे, जो जो कहे ठाकुर पै सेवक तत्काल हो आवे। क्योंकि गुरु अपने सेवक दी किरत नाल है, बेशक वो दुकान ते बैठा, बेशक वो फैक्ट्री च काम कर रहा, बिल्कुल ओदी किरत नाल चलदा है गुरु। ते इह शंका भी एक बारी भुपिंदर सिंह राजे ने करती सीगी संत बाबा अतर सिंह जी मस्तूआणे वाले कोलों भी, ये गुरु आप ही क्यों आउंदा, रब आप ही क्यों आउंदा, अपना कोई नौकर दरबारी क्यों नहीं भेजदा जी। ते महापुर कहंदे सी कोई नहीं दसांगे, उन्हां दा अपना तरीका सी। उन्होंने एक ਜਿਹੜਾ चित्रकार है उन्होंने बुला के कहा भी सानू एक ना तस्वीर बना के देनी आ ਜਿਹੜੀ राजे दे बच्चे वर्गी होवे, बिल्कुल उदां दा ही होवे, ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਥੋਮ ਜੀ ਭਰ ਕੇ ਉਹਨੂੰ ਗੁੰਦ ਕੇ ਇਦਾਂ ਬਣਾ ਦਿਓ, ਬਿਲਕੁਲ ਸਾਨੂੰ ਬੱਚਾ ਲੱਗੇ, ਉਹਦਾ ਪੁੱਤਰ ਵਰਗਾ ਲੱਗੇ। ਉਹ ਕਹਿੰਦੇ ਜੀ ਠੀਕ ਹੈ ਅਸੀਂ ਬਣਾ ਦੇਾਂਗੇ। ਉਹਨਾਂ ਬਣਾਤਾ ਤੇ ਬਾਗ 'ਚ ਬੈਠੇ ਸਨ, ਲਾਗੇ ਕੋਈ ਉਹਦਾ ਹੋਊਗਾ, ਲਾਗੇ ਕੋਈ ਸਰੋਵਰ ਜਾਂ ਆਪਾਂ ਕੀ ਕਹਿ ਸਕਦੇ ਆ ਜੇ ਚੋ ਨਹਾਉਂਦੇ ਹੋਣਗੇ, ਕੁਝ ਬੱਚਾ ਵਗੈਰਾ ਬਣਿਆ ਹੋਇਆ ਜੀ, ਉੱਥੇ ਬੈਠੇ ਸੀਗੇ। ਤੇ ਜਦੋਂ ਭੁਪਿੰਦਰ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਆਇਆ ਤੇ ਮਹਾਂਪੁਰਖਾਂ ਨੇ ਚਲਕ ਕੇ ਉਹ ਵਿੱਚ ਸੁੱਟ ਦਿੱਤਾ। ਪਹਿਲਾਂ ਉਹਨੇ ਦੇਖਿਆ ਕਿ ਬੱਚੇ ਨੂੰ ਗੋਦ ਵਿੱਚ ਲਿਆ ਹੋਇਆ, ਉਹਨਾਂ ਕਿਹਾ ਅੱਜ ਤਾਂ ਸਾਡੇ ਭਾਗ ਜਾਗ ਪਿਆ ਵੀ ਮਹਾਂਪੁਰਖ ਸਾਡੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੇ ਆ, ਕਿੰਨਾ ਪਿਆਰ ਕਰ ਰਹੇ ਆ ਜੀ। ਤੇ ਜਦੋਂ ਥੋੜਾ ਜਿਹਾ ਲਾਗੇ ਆਇਆ ਤਾਂ ਉਹਨਾਂ ਲਾ ਕੇ ਜਿਹੜਾ ਬੱਚਾ ਸੀ ਉਹ ਸਰੋਵਰ ਵਿੱਚ ਸੁੱਟ ਦਿੱਤਾ ਜੀ। ਜਦੋਂ ਸੁੱਟਿਆ ਤੇ ਰਾਜੇ ਨੇ ਇੱਕਦਮ ਛਾਲ ਮਾਰੀ ਜੀ, ਤੇ ਉਹਨੂੰ ਜਾ ਕੇ ਕੱਢਿਆ ਤਾਂ ਉਹ ਤੱਕ ਮਤਲਬ ਖਿਡੌਣਾ ਸੀਗਾ, ਉਹ ਕੱਪੜਾ ਸੀ, ਕੁਛ ਵੀ ਨਹੀਂ ਸੀ ਜੀ। ਬੜਾ ਸ਼ਰਮਸਾਰ ਜਿਹੜਾ ਹੋਇਆ, ਕਹਿਣ ਲੱਗਾ ਮਹਾਂਪੁਰਖੋ ਤੁਸੀਂ ਟੀਚਰਾਂ ਕੀਤੀ ਆ, ਇਹ ਤੁਹਾਨੂੰ ਟੀਚਰ ਸੋਭਦੇ ਨਹੀਂ। ਕਹਿੰਦੇ ਨੇ ਟੀਚਰ ਨਹੀਂ ਕੀਤੀ, ਤੈਨੂੰ ਦੱਸਿਆ ਆ, ਤੂੰ ਤਾਂ ਕੱਲ ਕਹਿੰਦਾ ਸੀ ਵੀ ਪ੍ਰਮਾਤਮਾ ਆਪ ਕਿਉਂ ਆਉਂਦਾ, ਉਹ ਆਪਣੇ ਸੇਵਕਾਂ ਨੂੰ ਕਿਉਂ ਨਹੀਂ ਭੇਜਦਾ, ਹੁਣ ਤੂੰ ਆਪਣੇ ਸੇਵਕਾਂ ਨੂੰ ਕਿਉਂ ਨਹੀਂ ਕਿਹਾ ਛਾਲ ਮਾਰੋ ਵਿੱਚ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਕਹਿੰਦਾ ਜੀ ਮੇਰਾ ਪੁੱਤਰ ਆ। ਕਹਿੰਦੇ ਏਦਾਂ ਹੀ ਭਗਤ ਜਿਹੜੇ ਹੁੰਦੇ ਆ ਪ੍ਰਮਾਤਮਾ ਦੇ ਪੁੱਤਰ ਹੀ ਹੁੰਦੇ ਨੇ। ਵਾਹਿਗੁਰੂ। ਜਿਵੇਂ ਮਾਂ ਪਿਓ ਨੂੰ ਪੁੱਤਰ ਪਿਆਰੇ ਨੇ, ਪ੍ਰਮਾਤਮਾ ਨੂੰ ਭਗਤ ਪਿਆਰੇ ਹੁੰਦੇ ਨੇ। ਵਾਹਿਗੁਰੂ। तो इस करके वो अपने भगतां नूं निगटी होए दिखाते। दूसरा वचन क्या, मेरे राम राय तू संतां का संत, संत तेरे जी। और तीसरा वचन, जन का मीत साजन है समिया, तिस जन को कहो कहां की कमियां।
ਜਾਂ का केहा दरगे चले तिसको नदर ले आवे तले। ਵਾਹਿ ਜੀ इस प्रकार महाराज बेड़े पार लाउंदे ने ਜਦੋਂ ਕੋਈ ਭਾਵਨਾ ਨਾਲ ਕਹਿੰਦਾ। ਤੇ ਦੂਜੀ ਬੇਨਤੀ ਮੰਨ ਲਓ ਵੀ ਸੰਸਾਰਕ ਬੇੜਾ ਤੇ ਪਾਰ ਲੱਗ ਗਿਆ ਤੇ ਜਿਹੜਾ ਸਰੀਰ ਰੂਪੀ ਬੇੜਾ ਜੇ ਸਾਡਾ ਇਹ ਡੁੱਬ ਗਿਆ, ਸਾਡਾ ਸੰਸਾਰਕ ਬੇੜੇ ਪਾਰ ਲਾਏ ਦਾ ਲਾਭ ਕੀ ਹੋਇਆ ਸਾਨੂੰ ਜੀ। क्योंकि लोभ लहर अत नीजर बाजे काया डूबे केसवा संसार समुंदे तार गोबिंदे तार लै बप जीठला। बिल्कुल जी। ਇਹ ਬੇੜਾ ਵੀ ਸਾਡਾ ਜੇ ਡੁੱਬ ਗਿਆ ਤੇ ਫਾਇਦਾ ਕੀ ਹੋਇਆ ਦੂਸਰੇ ਬੇੜੇ ਦਾ। ਬਿਲਕੁਲ ਸਤਿਗੁਰੂ ਸਾਡੇ ਦੋਵੇਂ ਬੇੜੇ ਪਾਰ ਲਾਉਂਦੇ ਆ ਜੀ। ਕਿਉਂਕਿ ਗੁਰੂ ਸਾਨੂੰ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਵਾਹ। ਉਸ ਵੇਲੇ ਮਹਾਰਾਜ ਨੇ ਬਾਬਾ ਮੱਖਣ ਸਾਹ ਨੇ ਅਰਦਾਸ ਕੀਤੀ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ ਜੀ। ਅੱਜ ਵੀ ਮੈਂ ਕਈ ਲੋਕ ਦੇਖੇ ਸੀ ਉਹ ਚਿੰਤੂ ਪ੍ਰੰਤੂ ਕਰ ਰਹੇ ਸੀ ਵੀ ਅਰਦਾਸ ਨਾਲ ਕੀ ਹੁੰਦਾ। ਅਰਦਾਸ ਇੱਕ ਜੋਦੜੀ ਹੈ, ਅਰਦਾਸ ਇੱਕ ਤਰਲਾ ਹੈ, ਅਰਦਾਸ ਇੱਕ ਬੇਦਨਾ ਹੈ, ਅਰਦਾਸ ਇੱਕ ਪ੍ਰਾਰਥਨਾ ਹੈ ਜੀ। ਜਦੋਂ ਸੇ ਕਰਦਾ ਨਾ ਵੀ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਬਿਗਨ ਨਾ ਕੋ ਲੱਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਜੀ। ਅਰਦਾਸ ਕੀਤੀ ਤੇ ਫਿਰ ਬੇੜਾ ਜਿਸ ਵੇਲੇ ਕੰਢੇ ਵਾਲੇ ਪਾਸੇ ਨੂੰ ਆ ਕੇ ਕੰਢੇ ਤੇ ਲੱਗ ਗਿਆ, ਬਾਬੇ ਮੱਖਣ ਸ਼ਾਹ ਨੇ ਹੱਥ ਜੋੜ ਕੇ ਕਿਹਾ ਗੁਰਪੂਰੇ ਮੇਰੀ ਰਾਖ ਲਈ। ਵਾਹ। ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਵਿਚਾਰਾ ਗੁਰ ਮੇਰੇ ਪ੍ਰਭ ਮੇਰੇ ਕਾ ਬੜ ਪ੍ਰਤਾਪ। ਵਾਹਿਗੁਰੂ ਵਾਹਿਗੁਰੂ। ਇਸ ਪ੍ਰਕਾਰ ਬੇੜਾ ਉਹਨਾਂ ਦਾ ਪਾਰ ਆਇਆ ਜੀ। ਸਾਰਿਆਂ ਸੇਵਕਾਂ ਨੇ ਕਿਹਾ ਵਾਕਿਆ ਹੀ ਬਾਬਾ ਮੱਖਣ ਸਾਹਿਬ ਜੀ ਤੁਹਾਡਾ ਮਿਲਾਪ ਬਹੁਤ ਵੱਡਾ ਹੈ ਜੀ। ਤੇ ਗੁਰੂ ਕੀ ਬਾਣੀ ਨੇ ਕਿਹਾ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰੱਖੇ। ਤਾਂ ਉਹ ਮਾਨਸ ਇੱਥੇ ਮੈਂ ਇੱਕ ਨਾ ਕਿਸੇ ਦੀ ਤਰਕ ਸੁਣੀ ਸੀਗੀ ਵੀ ਉਹ ਕਹਿੰਦਾ ਸੀ ਵੀ ਜੋਤ ਤਾਂ ਕਹਿੰਦਾ ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਚ ਵਸਦੀ ਸੀ ਤੇ ਫਿਰ ਜਾਂ ਗੁਰੂ ਹਰਕ੍ਰਿਸ਼ਨ ਸਾਹਿਬ ਚ ਵਸਦੀ ਸੀ ਤੇ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਕਿਵੇਂ ਬਚਾਤਾ। ਦੇਖੋ ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਵਿੱਚ ਜੋਤ ਆ, ਉਹਨਾਂ ਗੁਰੂ ਨਾਨਕ ਦੇ ਘਰ ਦਾ ਧਿਆਨ ਧਰਿਆ। ਬਿਲਕੁਲ। ਗੁਰੂ ਨਾਨਕ ਸਾਹਿਬ ਦਾ ਧਿਆਨ ਧਰਿਆ ਤੇ ਜੋਤ ਉਹ ਜੁਗਤ ਸਾਇਸਾ ਕਾਇਆ ਫਿਰ ਪਲਟੀ। ਜੀ 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 ਬਿਲਕੁਲ। ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਗੁਰੂ ਤੇਗ ਬਹਾਦਰ ਸਾਹਿਬ ਦੋ ਨੇਗੇ। ਜੋਤ ਰੂਪ ਹਰਿਆਪ ਗੁਰੂ ਨਾਨਕ ਕੁਹਾਇਓ ਤਾਂ ਤੇ ਅੰਗਤ ਪਇਓ ਤਤ ਸਿਉ ਤਤ ਮਲਾਇਓ ਅੰਗਤ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰ ਕੀਓ। ਬਿਲਕੁਲ ਬਿਲਕੁਲ ਬਿਲਕੁਲ। ਅਮਰਦਾਸ ਅੰਮ੍ਰਿਤ ਸਤਰ ਗੁਰ ਰਾਮੇ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਵਾਨ ਪੁਰਖ ਗੁਰ ਅਰਜਨ ਪਿੱਖੋ ਨੈਣ। ਵਾਹ। ਇਹ ਉਹ ਹੀ ਜੋਤ ਆ। ਬਿਲਕੁਲ ਜੀ। ਤਾਂ ਉਹ ਆਪਣੇ ਪੁੱਤਰ ਨੂੰ ਲਾਲ ਚੰਦ ਤੇ ਨੰਦ ਚੰਦ ਨੂੰ ਨਾਲ ਲੈ ਕੇ ਆਪਣੀ ਘਰ ਵਾਲੀ ਨੂੰ ਤੇ 500 ਦਾ ਸਿਪਾਹੀ ਉਹਨੂੰ ਨਾਲ ਲੈ ਕੇ ਉਹ ਦਿੱਲੀ ਤੋਂ ਮਤਲਬ ਉਸ ਬੰਦਰਗਾਹ ਤੋਂ ਚੱਲ ਕੇ ਦਿੱਲੀ ਤੇ ਦਿੱਲੀ ਤੋਂ ਫਿਰ ਉਹ ਇਹ ਬਾਬੇ ਬਕਾਲੇ ਆਇਆ ਜੀ। ਤੇ ਜਦੋਂ ਬਾਬੇ ਬਕਾਲੇ ਆਇਆ ਤੇ ਇੱਥੇ ਤੇ ਆਉਂਦਿਆਂ ਨੂੰ ਮਹਾਰਾਜ ਨੇ ਬਚਨ ਜੋ ਕਹਿਤਾ ਸੀ ਵੀ ਬਾਬਾ ਵਸੇ ਗ੍ਰਾਮ ਬਕਾਲੇ ਜੀ। ਤੇ ਇੱਥੇ ਤਾਂ ਮਹਾਰਾਜ ਗੁਰੂ ਹੀ ਗੁਰੂ ਬਸ ਚੇਲੇ ਘੱਟ ਤੇ ਗੁਰੂ ਚੇਲੇ ਪਤਾ ਨਹੀਂ ਕਿੱਥੇ ਚਲ ਗਏ ਸੀ। ਸਾਰੇ ਗੁਰੂ ਹੀ ਗੁਰੂ ਦੇ ਬਸ ਬੈਠ ਕੇ ਲਾ ਕੇ ਮੰਜੀਆਂ ਤੇ ਸਭ ਤੋਂ ਵੱਡਾ ਧੀਰਮਲ ਤੋਂ ਜਿਹੜੀਆਂ ਉਹ ਦੋ ਗੱਲਾਂ ਸੀ। ਇੱਕ ਤਾਂ ਉਹ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਪੁੱਤਰ ਸੀ ਜੀ, ਤਾਂ ਦਾਅਵੇਦਾਰ ਕਰਦਾ ਸੀ ਕਿ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬਾਬਾ ਲੱਗਦਾ ਆ ਜੀ। ਤੇ ਇੱਕ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਜੀ। ਬਿਲਕੁਲ। ਉਹ ਸਭ ਤੋਂ ਵੱਡਾ ਦਾਅਵੇਦਾਰ ਬਣਦਾ ਸੀ। ਉਹਨੇ ਪਹਿਲਾਂ ਵੀ ਮੰਜੀ ਲਾਈ ਸੀ, ਆ ਕੇ ਕੋਸ਼ਿਸ਼ ਕੀਤੀ ਸੀ ਕਰਤਾਰਪੁਰ ਸਾਹਿਬ ਲਾਉਣ ਦੀ, ਪਰ ਗੁਰੂ ਹਰਗੋਬਿੰਦ ਨਾ ਕੀਰਤਪੁਰ ਸਾਹਿਬ ਤਾਂ ਮਹਾਰਾਜ ਸਾਹਿਬ ਨੇ ਭਜਾਤਾ ਸੀ ਉਹਨੂੰ। ਕਹਿੰਦੇ ਭਜਾ ਦੋ, ਜੁੱਤੀਆਂ ਮਾਰ ਕੇ ਖੋਲੋ ਇੱਥੋਂ ਸਭ ਤੱਕ ਭਜਾ ਦੋ ਜੀ। ਇਸ ਪ੍ਰਕਾਰ ਬਾਬਾ ਜੀ ਆਏ ਤੇ ਸਾਰਿਆਂ ਨੇ ਬੜਾ ਉਹਨਾਂ ਦਾ ਸਵਾਗਤ ਕੀਤਾ ਬਾਬਾ ਮੱਖਣ ਸਾਹ ਜੀ ਦਾ। ਕੋਈ ਸਿਰੋਂ ਪਾ ਦੇਵੇ, ਕੋਈ ਕਵੇ ਤੇਰਾ ਪੁੱਤ ਜੀਵੇ, ਕੋਈ ਕਵੇ ਤੇਰਾ ਪੁੱਤ ਪੋਤਰਾ ਜੀਵੇ। ਪਰ ਬਾਬਾ ਮੱਖਣ ਸਾਹ ਹੈਰਾਨ ਸੀ ਵੀ ਇਹ 5-5 ਮੋਹਰਾਂ ਮੈਂ ਰੱਖਦਾ ਆ, ਏਡੇ ਲਾਲਚੀ। ਗੁਰੂ ਨਾਨਕ ਦਾ ਘਰ ਤੇ ਸੰਤੋਖੀਆਂ ਦਾ ਘਰ ਹੈ,
ਇਹ ਗੁਰੂ ਨਾਨਕ ਦੇ ਵਾਰਸ ਨਹੀਂ ਹੋ ਸਕਦੇ। ਕਿਵੇਂ ਹੋ ਸਕਦਾ ਵੀ ਇਹ ਤਾਂ ਭੁੱਖਿਆਂ ਵਾਂਗੂ ਕਰ ਰਿਹਾ। ਗੁਰੂ ਨਾਨਕ ਦਾ ਘਰ ਤਾਂ ਮੰਗਦਿਆਂ ਨੂੰ ਵੀ ਬਾਦਸ਼ਾਹ ਹੀ ਬਖਸ਼ਦਾ ਆ। ਵਾਹਿਗੁਰੂ, ਬਿਲਕੁਲ। ਉਹ ਮੱਥਾ ਤਾਂ ਟੇਕ ਰਿਹਾ ਸੀ ਸਾਰਿਆਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ, ਪਰ ਉਹਨਾਂ ਦੇ ਅੰਦਰ ਮਨ ਦੀ ਤਸੱਲੀ ਨਹੀਂ ਸੀ ਹੋ ਰਹੀ ਜੀ। ਉਹਨਾਂ ਏਜੰਟ ਰੱਖੇ ਹੋਏ ਸੀ, ਜਿਵੇਂ ਅੱਜ ਦੇਹਧਾਰੀਆਂ ਨੇ ਏਜੰਟ ਰੱਖੇ ਆ। ਅੱਜ ਜਿਹੜੇ ਕਦੀ ਬ੍ਰਹਮ ਗਿਆਨੀ, ਕਦੀ ਸੰਤ, ਕਦੀ ਭਾਈ, ਉਹਨਾਂ ਨੇ ਵੀ ਏਜੰਟ ਰੱਖੇ ਹੋਏ ਮੋਹਰੇ। ਉਹ ਏਜੰਟ ਜਿਹੜੇ ਆ ਨਾ, ਫਿਰ ਉਹ ਦੱਸਦੇ ਆ ਵੀ ਸਾਡੇ ਮਹਾਂਪੁਰਖਾਂ ਦੀਆਂ ਤੇ ਇਸ ਤਰ੍ਹਾਂ ਦੀਆਂ ਕਰਾਮਾਤਾਂ ਨੇ, ਇਸ ਤਰ੍ਹਾਂ ਕਰਦੇ ਨੇ ਸਾਡੇ ਮਹਾਂਪੁਰਖ। ਹਾਂਜੀ, ਉਹ ਆਪੇ ਬ੍ਰਹਮ ਗਿਆਨੀ ਬਣਾ ਲੈਂਦੇ ਨੇ, ਆਪੇ ਭਾਈ ਬਣਾ ਲੈਂਦੇ ਨੇ, ਆਪੇ ਸੰਤ ਬਣਾ ਲੈਂਦੇ ਨੇ, ਆਪੇ ਅਪਗ੍ਰੇਡ ਬਣ ਜਾਂਦੇ ਨੇ। ਉਹ ਆਪੇ ਬਸ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ। ਬਿਲਕੁਲ ਬਿਲਕੁਲ ਜੀ। ਅੱਜ ਤੇ ਹਾਲਤ ਇਦਾਂ ਦੀ ਹੈ ਜੀ ਕਿ 20 ਮਿੰਟ ਗੁਰਬਾਣੀ ਦੀ ਵਿਚਾਰ ਨਹੀਂ ਕੀਤੇ ਤੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਨੇ। ਚਲੋ ਆਪਾਂ ਅੱਗੇ ਵਧਦੇ ਜੀ ਪ੍ਰਕਰਨ ਤੇ। ਇਸ ਪ੍ਰਕਾਰ ਤੋਂ ਉਹਨਾਂ ਦਾ ਮਨ ਜਿਹੜਾ ਉਹਨਾਂ ਦਾ ਮਨ ਚ ਸ਼ਾਂਤੀ ਨਾ ਆਈ, ਆਨੰਦ ਨਾ ਆਇਆ, ਕਿਉਂਕਿ ਆਨੰਦ ਆ ਨਹੀਂ ਸਕਦਾ ਕੱਚੀਆਂ ਗੱਲਾਂ ਨਾਲ। ਆਨੰਦ ਆਉਣਾ ਨਹੀਂ ਗਾ। ਆਨੰਦ ਆਉਣਾ ਗੁਰੂ ਕੀ ਬਾਣੀ ਸੁਣ ਕੇ, ਗੁਰੂ ਕੇ ਦਰਸ਼ਨ ਕਰਕੇ। ਬਿਲਕੁਲ ਜੀ। ਮਹਾਰਾਜ ਕਹਿੰਦੇ ਨਾ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰੂ ਕਾ ਦਰਸ਼ਨ ਪਾਏ ਜੀ। ਤੋ ਹੁਣ ਗੁਰੂ ਤਾਂ ਹੈ ਹੀ ਨਹੀਂ ਸੀ, ਤਾਂ ਮਨ ਨੂੰ ਸ਼ਾਂਤੀ ਕਿਵੇਂ ਆਉਂਦੀ? ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ। ਤੋ ਬੜੇ ਨਾਰਾਜ਼ੇ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀ, ਤਾਂ ਉਹਨਾਂ ਕਿਸੇ ਨੂੰ ਪੁੱਛਿਆ ਵੀ ਭਾਈ ਗੁਰਮੁਖਾ, ਇੱਕ ਗੱਲ ਤਾਂ ਦੱਸ ਵੀ ਇੱਥੇ ਕੋਈ ਹੋਰ ਵੀ ਹੈ? ਤੋ ਕਹਿੰਦੇ ਜੀ ਹਾਂ, ਇੱਥੇ ਹੋਰ ਵੀ ਹੈਗੇ ਨੇ। ਉਹਨੇ ਬੜਾ ਗਲਤ ਜਿਹਾ ਬੋਲਿਆ, ਮਤਲਬ ਇਤਿਹਾਸ ਚ ਏਦਾਂ ਲਿਖਿਆ ਵੀ ਉਹਨੇ ਮਹਾਰਾਜ ਨੂੰ ਕਿਹਾ ਵੀ ਏਦਾਂ ਇੱਥੇ ਇੱਕ ਰਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਆਤੇ, ਏਦਾਂ ਇਸ ਪ੍ਰਕਾਰ ਉਹਨਾਂ ਬੋਲਿਆ ਕਮਲਾ। ਤੇ ਦੇਖੋ ਜਿਹੜੇ ਕਮਲੇ ਹੁੰਦੇ ਨੇ ਉਹਨੂੰ ਕਮਲੇ ਨਜ਼ਰ ਆਉਂਦੇ ਹੁੰਦੇ ਨੇ, ਹਨਾ। ਬਿਲਕੁਲ। ਪਰ ਜਿਹੜੇ ਪਿਆਰ ਵਾਲੇ ਹੁੰਦੇ ਨੇ ਉਹਨੂੰ ਪਿਆਰ ਵਾਲੇ ਨਜ਼ਰ ਆਉਂਦੇ ਹੁੰਦੇ ਆ। ਬਿਲਕੁਲ। ਤੇ ਪੁੱਛਿਆ ਵੀ ਕਿੱਥੇ? ਕਹਿੰਦੇ ਜੀ ਇੱਥੇ ਰਹਿੰਦੇ ਨੇ ਉਹ, ਬਸ ਕਦੇ ਇੱਕ ਟਾਈਮ ਬਾਹਰ ਨਿਕਲਦੇ ਨੇ, ਪਰ ਅੰਦਰ ਬੈਠੇ ਰਹਿੰਦੇ ਨੇ ਸਦਾ ਉਹ। ਤੇ ਬਾਬਾ ਜੀ ਦੇ ਮਨ ਚ ਆਇਆ ਵੀ ਕਿਤੇ ਉਹ ਹੀ ਨਾ ਹੋਣ, ਚਲੋ ਆਪਾਂ ਇੱਕ ਵਾਰੀ ਦਰਸ਼ਨ ਕਰ ਲੈਂਦੇ, ਜਿੱਥੇ ਇੰਨਿਆਂ ਨੂੰ ਮਿਲਿਆ ਉਹਨਾਂ ਨੂੰ ਵੀ ਜਾ ਕੇ ਮਿਲ ਲੈਂਦੇ ਆ। ਤੇ ਬਾਬਾ ਜੀ ਆਪਣਾ ਲਾਮ ਲਸ਼ਕਰ ਨਾਲ ਲੈ ਕੇ, 500 ਸਿਪਾਹੀ ਨਾਲ ਲੈ ਕੇ, ਪਰਿਵਾਰ ਲੈ ਕੇ ਤੁਰੇ ਆ ਰਹੇ ਸਨ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਗੜੀਆ ਜੀ ਨੂੰ ਕਿਹਾ, ਬਾਬਾ ਗੜੀਆ ਪੁੱਤਰ ਰੌਲਾ ਕਿਸ ਗੱਲ ਦਾ ਪੈ ਰਿਹਾ ਜੀ? ਕਹਿੰਦੇ ਮਹਾਰਾਜ ਲੱਖੀ ਮੱਖਣ ਸ਼ਾਹ ਜੀ ਆਏ ਨੇ, ਮਹਾਰਾਜ ਵਪਾਰੀ, ਮਹਾਰਾਜ ਤੁਹਾਡੇ ਦਰਸ਼ਨ ਕਰ ਆ ਰਹੇ ਨੇ। ਕਹਿੰਦੇ ਉਹਨੂੰ ਰੋਕ ਦੇ, ਉਹਨੂੰ ਜਾ ਕੇ ਕਹਿ ਗੁਰਮੁਖਾ ਜਦੋਂ ਗੁਰੂ ਘਰ ਆਈਏ ਉਦੋਂ ਨੀਵੇਂ ਬਣ ਕੇ ਆਈਦਾ, ਲਾਮ ਲਸ਼ਕਰ ਨਾਲ ਲੈ ਕੇ ਨਹੀਂ ਆਈਦਾ। ਵਾਹਿਗੁਰੂ ਵਾਹਿਗੁਰੂ। ਬਾਬਾ ਗੜੀਆ ਜੀ ਗਏ ਤੇ ਇੱਕਦਮ ਬਾਬਾ ਮੱਖਣ ਸ਼ਾਹ ਨੂੰ ਕਹਿੰਦੇ ਰੁਕ ਜਾ। ਤੇ ਬਾਬਾ ਜੀ ਨੇ ਸੋਚਿਆ ਵੀ ਸ਼ਾਇਦ ਇਹ ਵੀ ਏਜੰਟ ਹੋਣ, ਕਿਉਂਕਿ ਬੰਦਾ ਦੁੱਧ ਦਾ ਸੜਿਆ ਹੋਇਆ ਲੱਸੀ ਨੂੰ ਫੂਕਾਂ ਮਾਰਦਾ। ਬਿਲਕੁਲ ਜੀ। ਉਹਨੇ ਸੋਚਿਆ ਵੀ ਇਹ ਵੀ ਆ ਕੇ ਕਹਿਣਗੇ ਵੀ ਸਾਡਾ ਗੁਰੂ ਇਸ ਤਰ੍ਹਾਂ ਦਾ ਦਾਤਾਂ ਦਿੰਦਾ ਨੇ, ਆਹ ਦਿੰਦਾ। ਪਰ ਬਾਬਾ ਜੀ ਕਹਿਣ ਲੱਗੇ, ਬਾਬਾ ਮੱਖਣ ਸ਼ਾਹ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੰਨਾ ਰੌਲਾ ਨਹੀਂ ਪਾਈਦਾ ਜਦੋਂ ਗੁਰੂ ਘਰ ਆਈਦਾ ਹੈ, ਬੜੇ ਨਿਮਾਣੇ ਬਣ ਕੇ ਆਈਦਾ। ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਉਹ ਨਤਾਣਿਆਂ ਦੇ ਤਾਣ ਬੈਠੇ ਹੋਏ ਨੇ ਜੀ। ਤੇ ਬਾਬੇ ਨੇ ਉਸੇ ਵੇਲੇ ਜੋੜਾ ਲਾ ਕੇ ਮੱਥਾ ਟੇਕਦਾ, ਪੂਰਿਆ ਬਸ ਤੇਰੀ ਇਹ ਤਾਂ ਪਛਾਣ ਆ, ਜਿਹੜੇ ਅਧੂਰੇ ਸਨ ਉਹ ਦਾਤਾ ਮੰਗਦੇ ਸਨ, ਜਿਹੜਾ ਪੂਰਾ ਉਹਨੇ ਠੋਕ ਕੇ ਕਹਿ ਦਿੱਤਾ ਪਿਆਰਿਆ ਰੌਲਾ ਪਾ ਕੇ ਨਾ ਇੱਥੇ ਲਾਮ ਲਸ਼ਕਰ ਲੈ ਕੇ ਆਉਣ ਦੀ ਲੋੜ ਨਹੀਂ, ਇੱਥੇ ਤਾਂ ਜਿਹੜਾ ਨੀਵਾਂ ਹੋ ਕੇ ਆਉਂਦਾ ਹੈ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ। ਬਾਬਾ ਉਸੇ ਵੇਲੇ ਜੋੜਾ ਲਾ ਕੇ ਅੰਦਰ ਆਇਆ। ਵਿਦਵਾਨ ਗੁਰਮੁਖ ਕਹਿੰਦੇ ਨੇ ਜਦੋਂ ਅੰਦਰ ਆ ਕੇ ਦੇਖਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਿਹਰੇ ਦੇ ਨੂਰ ਦੀ, ਹਜੂਰ ਦੇ ਉਹ ਜਾਲੋ ਜਲਾਲ ਦੀ ਝਾਲ ਹੀ ਨਹੀਂ ਚੱਲ ਸਕਿਆ। ਬਾਬਾ ਮੱਖਣ ਸ਼ਾਹ ਚਪੇੜ ਪਿੱਛੇ ਨੂੰ ਹੋ ਕੇ ਡਿੱਗ ਪਿਆ। ਕਿਉਂਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ, ਮਨ ਕੀ ਦੁਵਤਾ ਬਿਨਸ ਜਾਏ ਹਰ ਪਰਮ ਪਦ ਲਈਏ। ਏਡਾ ਵੱਡਾ ਪ੍ਰਤਾਪ, 26 ਸਾਲ ਦਾ ਪ੍ਰਤਾਪ, ਹਜੂਰ ਦਾ ਚਿਹਰਾ ਕੋਈ ਤੱਕਣਾ ਸੌਖਾ ਸੀ। ਔਰ ਮੋਹਰਾਂ 5 ਕੱਢੀਆਂ, ਹਜੇ ਵੀ ਸ਼ੰਕਾ ਸੀ। ਮੋਹਰਾਂ 5, ਕੋਈ 2 ਵੀ ਕਈਆਂ ਨੇ ਲਿਖਿਆ, ਚਲੋ ਇਸ ਗੱਲ ਚ ਨਹੀਂ ਪੈਣਾ। 5 ਮੋਹਰਾਂ ਕੱਢ ਕੇ ਮੱਥਾ ਟੇਕਿਆ। ਸਤਿਗੁਰੂ ਕਹਿਣ ਲੱਗੇ, ਬਾਬਾ ਦੇਖ ਡੁੱਬਦੀ ਨਾਵ ਤੇਰੀ, ਬਾਬਾ ਜੀ ਨੇ ਬਚਨ ਕਿਹਾ, ਭਾਈ ਸਾਹਿਬ ਨੇ ਲਿਖਿਆ ਕਿ ਡੁੱਬਦੀ ਜਿਹੜੀ ਨਾਵ ਸੀ ਤੇਰੀ, ਅਸੀਂ ਕੰਢੇ ਤੇ ਲਾਈ ਆ ਜੀ। ਇਹ ਡੁੱਬਦੀ ਨਾਵ ਅਸੀਂ ਤੇਰੀ ਕੰਢੇ ਤੇ ਲਾਈ ਸੀ, ਤੇ ਤੂੰ ਭਾਈ ਇਹ ਜਿਹੜੀ ਪ੍ਰਮਾਤਮਾ ਦੀ ਦਸਵੰਧ ਦੀ ਭੇਟਾ ਕਿਉਂ ਲੁਕਾ ਰਿਹਾ? ਵਾਹਿਗੁਰੂ, ਜੇ ਤੂੰ ਇਹ ਵੀ ਨਾ ਦਵੇਂਗਾ ਤੇ ਗੁਰੂ ਨਾਨਕ ਦੇ ਘਰ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਗੀ ਜੀ। ਤੂੰ
तू सोचदा होवेगा भी भोख्या डुबदी नाव हम दीनी कंडे लगाई जी कंधे कासी मोहे लगी क्यों राखो दसवंध लकाई। वाहिगुरू जी तू ये दसवंध क्यों लगा रहा, तू ये भी ना दवेगा ते सानू कोई चिंता नहीं, क्योंकि गुरु नानक दा घर दातियां दा घर आ। वाहिगुरू हम भिखारी तेरे तू निज पुत है वाह तां तू सुख दा 500 आ चढ़ाउणा 5 आ। देख गुरु की भेटा विच जेड़ा दसवंध हुंदा ओह च वल छल नहीं करीदा। जे तू दसवंध दवेगा खोट झड़ जाएगी, सोना सोना तेरे कोल रह जाएगा। वाह बाबा जी ने उसे आख्या पूरिया, उस वेले चरण फड़ के उदन बेड़ा डुबन लगा सी तां कंडे लाया, अज शरीरक बेड़ा डो रहा सी दाता गुरु तेग बहादुर साहब, ये तू हुण कंडे ला दिता है, मैं तेरे चरणों ते नमस्कार करदा। महाराज ने बड़े प्यार नाल अपना मोढा परे करके कहा बाबा देख किल अजे भी ये तां हजूर दी एक ये तां पूरी होई करामात जी आप सिरजणहारे तारिया जी। ये तां महाराज ने बराड़ रूप दिखाया सी, बाबा मक्खन सानू बराड़ रूप जी जी, क्योंकि वो परमात्मा ऐसा आ कि खिन मात्र विच वो अनक जिहड़ा कई प्रकार दे रूप परमात्मा धार सकदा है। बिल्कुल। तो उस वेले बाबा जी जो चाह विच बोलण लगे ते महाराज कहण लगे बाबा खबरदार जी सानू प्रगट करने की कोशिश ना करें, जे सानू प्रगट करेंगा तेरा मुंह काला होवेगा। बाबे ने अपना मुख आप काला किया और कोठे चढ़ के रौला पाया, कोठे चढ़ के उन्हें बचन क्या कहन लगे मैनू गुरु मिल गया जे, उच्चे चढ़ के करी पुकार गुरु लादा जे माद बहाल, कहंदे ने गुरु लभ पिया मैनू। और भाई मक्खन साहब वर्गे सिख चाहिए भाई अज भी जेडे रौला पा के कहना आओ सारे गुरु ग्रंथ साहब दे चरनी लग जाओ। बिल्कुल छड़ दिओ ना डमियां पखंडियां दियां जेड़ियां गल्लां बातां अपग्रेडां दियां गल्लां बातां जेडे गुरु नू जरिया दस रहे ने, आप भी गलोगे वो आप डुबे तुहें किस तरह तारनहार, जेड़ा आप ही डुब जाएगा तुहानू किवें तारेगा। बिल्कुल बिल्कुल बिल्कुल। तो इहो जे सिख चाहिए ने सानू अज भी जेडे चढ़ चढ़ के कोठियां ते रौला पाउणा, आओ गुरु ग्रंथ साहब दे चरनी लगिए। श्री गुरु ग्रंथ साहब ही साडा पार उतारा कर सकदे ने, दुनिया ते होर कोई साडा पार उतारा नहीं कर सकदा। वाहिगुरू वाहिगुरू। इत्थे मैनू सतगुरु साहब जी नू हाँ जी 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 मैनू इत्थे एक जोड़े ਦੀਆਂ 17 भी याद आ रही। ਕਹਿੰਦਾ ਸੀ दुनिया ਦੀ ਸਭ ਤੋਂ ਜਿਹੜੀ ਭਾਗਾਂ ਵਾਲੀ ਕੌਮ ਹੈ ਉਹ ਕੌਣ ਹੈ, ਉਹ ਕਹਿੰਦੇ ਸਿੱਖ ਆ ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਾਜ਼ਰ ਨਾਜ਼ਰ ਗੁਰੂ ਨੇ। ਤੇ ਉਹ ਕਹਿੰਦੇ ਸਭ ਤੋਂ ਭਾਗੀ ਕੌਮ ਕੌਣ ਹੈ, ਉਹ ਕਹਿੰਦੇ ਸਭ ਤੋਂ ਭਾਗੀ ਕੌਮ ਵੀ ਸਿੱਖ ਕੌਮ ਹੈ। ਕਹਿੰਦੇ ਕਾਹ ਤੋਂ, ਕਹਿੰਦੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਨਹੀਂ ਲੱਗਦੇ, ਬਾਕੀ ਸਾਰਿਆਂ ਦੇ ਮਗਰ ਹੀ ਲੱਗ ਜਾਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਵਾਹਿਗੁਰੂ ਕਿਰਪਾ ਕਰਨ, ਆਓ ਸਿੱਖੋ ਆਪਾਂ ਗੁਰੂ ਦੇ ਮਗਰ ਲੱਗੀਏ, ਸੱਚੇ ਦਾ ਪੱਲਾ ਜਿਹੜਾ ਫੜੀਏ। हाँ गुरु साडे इस लोक विच भी साडी रखिया करदा, क्योंकि सतगुरु सिख की करे प्रतिपाल। बिल्कुल जी। सेवक को सदा दयाल, सिख की दुरमत सिख की गुर दुरमत मल हरे जी, गुर बचनी हर नाम उचरे। सतगुरु सिख के बंधन काटे गुर का सिख बेकार हाटे। स्पष्ट विच गुरु कह रहे ने, सानू स्पष्ट कह रहे ने भाई एक गुरु ही है, वो दोवां सिरियां दा मालक है। बिल्कुल। वो इस सिरे दा भी मालक है, उस सिरे दा भी मालक है। एक वचन आउंदा महाराज दा गुरबाणी च, सच्चे पातशाह कहंदे ने भी आपे कुदरत साज के आपे करे विचार, एक एक खोटे एक खरे आपे परखण हार। खरे खजाने पाए न खोटे सुटिए बार बार, खोटे सच्ची दरगे सुटिए किस आगे करे पुकार। सतगुरु पिछे भज पवे यह करनी सार, सतगुरु खोटियों खरे करे शब्द सवारनहार। वाहिगुरू वाहिगुरू। गुरु तेरा पार उतारा कर सकता है, होर नहीं को कर सकता। बिल्कुल जी। सूरज चढ़े हजार इसे चरण हुंदिया गुर बिन पूरनदार। वाहिगुरू वाहिगुरू। इस तो अगे सारे तर्क मुक जांदे ने, कोई तर्क नहीं, सब जीरो ने। कादे तर्क ने? देखो जे कोई लप भर के स्वाद ही सूरज वाल सुटेगा उदे तक थोड़ी जानी है। बिल्कुल बिल्कुल। अपना मुंह काला हो जाना है, सूरज ने थोड़ा मैला होना है। बिल्कुल बिल्कुल। चंद्रमा मैला नहीं हुंदा, सूरज मैला नहीं हुंदा।
ਉਹਨੇ ਆਪਣਾ ਹੀ ਮੂੰਹ ਲੋਕੀ ਕਾਲਾ ਕਰ ਲੈਂਦੇ ਨੇ, ਇੱਥੇ ਵੀ ਕਾਲਾ ਕਰਾਉਂਦੇ ਨੇ, ਦਰਗਾਹ ਵਿੱਚ ਵੀ ਕਾਲਾ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਜੀ ਬਿਲਕੁਲ। ਅੱਗੇ ਵੀ ਹੋਇਆ ਇਹਨਾਂ ਹੋਰ ਜਿਹੜੇ ਇਹੋ ਜਿਹੇ ਇਹਨਾਂ ਦਾ ਹੋਰ ਹੋ ਜਾਣਾ ਹੈ ਜੀ। ਜਿਹੜੇ ਗੁਰਮੁਖ ਹੁੰਦੇ ਨੇ, ਮਹਾਰਾਜ ਕਹਿੰਦੇ ਨੇ ਮਾਰੂ ਰਾਗ ਵਿੱਚ, ਕਹਿੰਦੇ ਗੁਰਮੁਖ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਉਹ ਇਹਨਾਂ ਵਾਸਤੇ ਹੈ ਸਾਰਾ ਕੁਝ। ਖੈਰ ਆਪਣਾ ਕੋਈ ਸਮਾਂ ਸੀਮਤ ਆ ਜੀ। ਤੋ ਗਰੀਬ ਨਵਾਜ਼ ਸਾਹਿਬ ਜੀ ਅੱਜ ਪ੍ਰਗਟ ਹੋਏ ਜੀ। ਤੇ ਜਦੋਂ ਬਾਹਰ ਨਿਕਲੇ ਤੇ ਸਿੰਘਾਂ ਮਸੰਦ ਨੇ ਧੀਰਮਲ ਨੂੰ ਕਿਹਾ ਬਾਜੀ ਗਈ ਜੀ। ਉਹ ਕਹਿੰਦਾ ਹੁਣ ਕਹਿੰਦੇ ਗੱਲ ਇੰਨੀ ਆ, ਸਿਰਫ ਮੈਂ ਗੋਲੀ ਨਾਲ ਚਲਾ ਦਿੰਦਾ ਹੈ, ਇੱਕ ਗੋਲੀ ਨਾਲ ਗੁਰੂ ਸਾਹਿਬ ਜੀ ਨੂੰ ਮੈਂ ਪਾਰ ਵਸਾ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਮੁੜ ਕੇ ਤੇਰੇ ਜੀਵਨ ਵਿੱਚ ਕੋਈ ਰਾਹ ਦਾ ਰੋੜਾ ਨਹੀਂ ਬਣੇਗਾ, ਗੱਦੀ ਦਾ ਮਾਲਕ ਤੂੰ ਹੋਵੇਂਗਾ। ਜੀ। ਇਤਿਹਾਸ ਕਹਿੰਦੇ ਪਹਿਲਾਂ ਤਾਂ ਉਹਨੇ ਰੋਕਿਆ, ਪਰ ਧੀਰਮਲ ਨੇ ਰੋਕਿਆ, ਪਰ ਉਹਨੇ ਜਿਹੜਾ ਉਹਦਾ ਸਿੰਘਾਂ ਮਸੰਦ ਸੀ ਉਹਨੇ ਵਾਲਸ਼ਾਲ ਵਿੱਚ ਲਿਆ ਕੇ ਉਹਨੂੰ ਮਨਾ ਲਿਆ ਜੀ। ਤੇ ਉਹਨੇ ਮਹਾਰਾਜ ਸਾਹਿਬ ਤੇ ਗੋਲੀ ਚਲਾਈ ਜੀ। ਸੱਚੇ ਪਾਤਸ਼ਾਹ ਦੀ ਘੋੜੀ ਤਿੱਬ ਗਈ, ਜਿਹੜਾ ਸੀਗਾ ਉਹ ਵਾਰ ਖਾਲੀ ਚਲ ਗਿਆ। ਦੂਸਰੀ ਵਾਰੀ ਵੀ ਉਹਨੇ ਚਲਾਈ ਤੇ ਮਹਾਰਾਜ ਨੇ ਮੁਖ ਚੋਂ ਬਚਨ ਬੋਲਿਆ, ਭਾਈ ਧੀਰਮਲ ਭਲੇ, ਧੀਰਮਲ ਭਲੇ ਜੀ। ਮਹਾਰਾਜ ਕਹਿੰਦੇ ਹੇ ਧੀਰਮਲ ਵਾਹਿਗੁਰੂ ਤੇਰਾ ਭਲਾ ਕਰੇ। ਧੀਰਮਲ ਇਹ ਈਰਖਾ ਨਾਲ ਅੰਦਰ ਨੂੰ ਸ਼ਾਂਤੀ ਕਦੇ ਵੀ ਨਹੀਂ ਮਿਲਦੀ। ਧੀਰਮਲ ਵਾਹਿਗੁਰੂ ਤੈਨੂੰ ਮਾਇਆ ਦੇ ਛਲ ਤੋਂ ਬਚਾ ਲਵੇ। ਇਹ ਬਾਣੀ ਦੀ ਵਿਆਖਿਆ ਹੋ ਰਹੀ ਆ ਕਿ ਫਰੀਦਾ ਜੈ ਤੇ ਮਾਰਨ ਮੁਕੀਆਂ, ਤਿੰਨਾ ਨਾ ਮਾਰੇ ਘੁੰਮ, ਆਪ ਨੜੇ ਕਰ ਜਾਏਗੀ ਪੈਰ ਤਨਾਂ ਦੇ ਚੁੰਮ। ਇਹ ਬਾਣੀ ਵਿਆਖਿਆ ਕਰ ਰਹੀ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਹ ਬਾਣੀ ਵਿਆਖਿਆ ਕਰ ਰਹੀ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਹੀ ਬਣਾ ਲਿਆ ਹੈ, ਨਾ ਕੋਈ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਿਆ ਹੀ। ਮਹਾਰਾਜ ਕਹਿ ਰਹੇ ਨੇ ਧੀਰਮਲ ਵਾਹਿਗੁਰੂ ਤੇਰਾ ਭਲਾ ਕਰੇ। ਜਦੋਂ ਨੇ ਤੀਜੀ ਗੋਲੀ ਚਲਾਈ ਤੇ ਮਾਤਾ ਜੀ ਵਿੱਚ ਆ ਕੇ ਖਲੋ ਗਏ। ਮਾਤਾ ਨਾਨਕੀ ਜੀ ਕਹਿਣ ਲੱਗੇ ਧੀਰਮਲ ਅਕਲ ਕਰ, ਤੇਰੇ ਚਾਚਾ ਜੀ ਲੱਗਦੇ ਨੇ ਰਿਸ਼ਤੇ ਵਿੱਚ। ਕਿਉਂਕਿ ਧੀਰਮਲ ਗੁਰੂ ਤੇ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਆ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰਾਤਾ ਨੇ ਵੱਡੇ। ਚਾਚੇ ਤੇ ਗੋਲੀ ਚਲਾਉਣਾ ਕੋਈ ਰਿਸ਼ਤੇ ਦਾ ਨਾਤੇ ਦਾ ਵੀ ਕੋਈ ਲੱਜਿਆ ਰੱਖ। ਤੇ ਮਹਾਰਾਜ ਕਹਿੰਦੇ ਨੇ ਮਾਂ ਚਿੰਤਾ ਨਾ ਕਰ, ਜਦੋਂ ਪਰਮਾਤਮਾ ਸਿਰ ਤੇ ਖੜਾ ਹੋਇਆ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਉਹ ਜਦੋਂ ਪਰਮਾਤਮਾ ਸਿਰ ਤੇ, ਫਿਰ ਮਾਤਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਆ ਤਾਂ ਵਾਲ ਨਾ ਵਿੰਗਾ ਹੋਆ, ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਹਜੂਰ ਨੇ ਕਿਹਾ ਭਰੇ ਧੀਰਮਲ ਭਰੇ ਜੀ, ਭਰੇ ਧੀਰਮਲ ਧੀਰ, ਬਹੁਤ ਵਾਰ ਸਤਿਗੁਰੂ ਕਿਹਾ। ਇਸ ਪ੍ਰਕਾਰ ਬਚਨ ਆਉਂਦਾ, ਬਹੁਤ ਵਾਰ ਸਤਿਗੁਰੂ ਕਿਹਾ, ਸੁਣ ਨਾਲ ਗੁਣੀ ਗਹੀਰ। ਇਸ ਪ੍ਰਕਾਰ ਬਚਨ ਹੈ ਮੇਰੇ ਇਤਿਹਾਸ ਵਿੱਚ, ਜੇ ਮੈਂ ਭੁੱਲਦਾ ਨਾ ਹੋਵਾਂ। ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ, ਬਹੁਤ ਵਾਰ ਸਤਿਗੁਰੂ ਕਿਹਾ, ਹਾਂ ਇਸ ਪ੍ਰਕਾਰ ਹੀ ਹੈ, ਸੁਣ ਨਾਲ ਗੁਣੀ ਗਹੀਰ। तो महाराज ने क्या भाई ये धीरमल तेरा महाराज भला करना जी। ते सच्चे पातशाह जी अगे चल गए। किसी ने भज के बाबा मक्खन शाह नूं दस्सिया भी बाबा जी जिन्होंने तुसीं प्रगट करके आए हैं ना जी, उन्हां ते गोली चला दी है सियां मसंद ने धीरमल ने जी। उस वेले दौड़े, धीरमल दीयां मुश्कां बन लईआं, जिन्ना समान सी सारा महाराज दा लुट के लेके गया। धीरमल गोली चला के वो सारा ले लिया, स्वरूप भी ले लिया। धीरमल ने दवाई दे के क्या मैनू छड़ दे, कहंदे नहीं मैं तेनू कहना कुछ नहीं, तेनू गुरु को लेके जाना, जो गुरु मैनू कहणगे मैं कहांगा करांगा। मुश्का बन के लैन दियां, गुरु तेग बहादुर सामने माया दा ढेर लग गया जी। कहन लगे सतगुरु मैनू हुक्म करो, मैं इहदे नाल की करां जी। सच्चे पातशाह सारी माया ने लुट के खड़ी है। महाराज कहंदे धीरमल, महाराज कहंदे बाबा मक्खन शाह जी धीरमल नूं दे दिओ। महाराज तुहाडी है। महाराज कहंदे पुत्र माया कदी किसी दी नहीं बनी, वाहिगुरू ते याद रखी मैं तो वो माया पाई है। माई मैं धन पायो हर नाम, मन मेरो धाम ते छूटियो, कर बैठो विश्राम। वाहिगुरू वाहिगुरू मैं तो वो असल धन पा लिया है, जेड़ा कदी खुटदा ही नहीं। ये तो झूठा धन है जी, इनू दे दिओ।
ਜੀ। ਤੇ ਕਹਿੰਦੇ ਇਹਦੀਆਂ ਬਾਹਾਂ ਵੀ ਖੋਲ ਦੇ, ਇਹਨੂੰ ਗੁਰੂ ਸਮਤ ਦਵੇ ਦਾ ਭਲਾ ਕਰੇ। ਤੇ ਬਾਬਾ ਮੱਖਣ ਸ਼ਾਹ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਮੈਂ ਸਿੱਖਿਆ ਤੇ ਸਿੱਖ ਲਈ, ਸਭ ਕੁਛ ਹੁੰਦਾ ਹੈ ਗੁਰੂ ਤੇ ਸਾਹਿਬ, ਸੰਕਟ ਵੈ ਸੇਵਕ ਭੱਜੈ, ਚਰਨ ਕਾਲੇ ਜੀਵੇ ਦੋ ਕੁਲ ਲੱਜੈ। ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਮੈਂ ਤੇਰੀ ਭਾਵਨਾ ਸਮਝਦਾ ਹਾਂ। ਬੜੇ ਪਿਆਰ ਨਾਲ ਗੱਲ ਲਾ ਕੇ ਕਹਿਣ ਲੱਗੇ ਬਾਬਾ ਮੱਖਣ ਸ਼ਾਹ ਜੀ ਦੇਖ ਕਰਨੀ क्षमा ਮਹਾ ਤਪ ਜਾਨ। ਵਾਹਿਗੁਰੂ। ਜਿਹੜੀ क्षमा ਹੁੰਦੀ ਹੈ ਨਾ ਇਹਨੂੰ ਮਹਾ ਤਪ ਆਪਣੀ ਜ਼ਿੰਦਗੀ 'ਚ ਸਮਝਣਾ। क्षमा ਦੇ ਦੋ ਰੂਪ ਹੁੰਦੇ ਨੇ ਵੀ ਇੱਕ ਰੂਪ ਇਹ ਹੁੰਦਾ ਆ ਵੀ ਤੁਸੀਂ ਤੁਹਾਡੇ ਕੋਲੇ ਤਾਕਤ ਆ, ਤੁਹਾਡੇ ਕੋਲੇ ਸੱਤਿਆ ਆ, ਤੁਹਾਡੇ ਕੋਲੇ ਸਾਰਾ ਕੁਛ ਆ ਤੇ ਤੁਹਾਡੇ ਤੇ ਕੋਈ ਆ ਕੇ ਚੜ੍ਹਾਈ ਕਰੇ ਤੇ ਤੁਸੀਂ ਉਹਨੂੰ ਕਹੋ ਜਾ ਤੈਨੂੰ ਛੱਡਿਆ, ਤੈਨੂੰ क्षमा ਕੀਤਾ, ਤੈਨੂੰ ਮਾਫ ਕੀਤਾ। ਇਹ क्षमा ਦਾ ਰੂਪ ਆ ਜੀ। ਪਰ ਤੁਹਾਡੇ ਕੋਲ ਕੋਈ ਤਾਕਤ ਨਹੀਂ, ਤੁਸੀਂ ਕਮਜ਼ੋਰ ਆ, ਬੁਝਦਲ ਬਣੇ ਹੋਏ ਆ ਤੇ ਤੁਸੀਂ ਕੁੱਟ ਖਾਈ ਆ ਤੇ ਤੁਸੀਂ ਕਹੋ ਜਾ ਤੈਨੂੰ क्षमा ਕੀਤਾ। ਇਹ क्षमा ਦਾ ਰੂਪ ਨਹੀਂ ਆ, ਇਹ ਬੁਝਦਲ ਹੀ ਆ, ਕਹਿਰਤ ਆ ਜੀ। ਇਹ क्षमा ਨਹੀਂ ਗੀ। ਮਹਾਰਾਜ ਇੱਥੇ ਸਾਨੂੰ ਸਮਝਾ ਰਿਹਾ ਵੀ ਤਾਕਤ ਵੀ ਹੋਵੇ ਕੋਲ, ਸੱਤਿਆ ਵੀ ਹੋਵੇ, ਤੂੰ ਸਿਪਾਹੀ ਵੀ ਹੋਵੇ, ਬਾਹੂ ਬਲ ਵੀ ਤੇਰੇ ਕੋਲ ਹੋਵੇ, ਜਦੋਂ ਤੇਰੇ ਕੋਲ ਕੋਈ ਆਵੇ ਕੋਈ ਔਗਣ ਕਰ ਦੇਵੇ ਤੂੰ ਉਹਨੂੰ ਮਾਫ ਕਵੇਂ ਜਾ ਤੈਨੂੰ क्षमा ਕੀਤਾ। ਵਾਹਿਗੁਰੂ ਵਾਹਿਗੁਰੂ ਜੀ। तुम्हारे कहते करनी क्षमा महा तप जान, क्षमा सकल ही देवो दान, क्षमा सकल तीर्थ अशनान, क्षमा करत ही नर का कल्याण। ते महाराज ने अगे बचन कहा कहते समा समान आन गुण नाही, तां ते क्षमा धरो मन माही। कहते क्षमा वर्गा गुण संसार ते कोई नहीं पाई, इहो जे गुण नूं अपने हिरदे च धारण कर लो। वाहिगुरू। तो इस प्रकार सतगुरु फिर प्रगट होके महाराज ने स्वरूप ही धीरमल नूं दे दिता, माया भी दे दी। दरबार साहब आए, दरबार साहब मत्था टेकण आए, महाराज बाबा मक्खण शाह जी नाल आए, संगतां आईयां जी। ते पर उत्थे बाबे पीरतीए दा जिहड़ा पोतरा सी हरजी ओह उदों मसंद सी जी, ਉਹਨੇ ਸਾਰੇ ਕਵਾੜ ਬੰਦ ਕਰਤੇ ਤੇ ਕਵਾੜ ਬੰਦ ਕਰਕੇ ਚਲ ਗਿਆ। ਜਿਹੜਾ ਥੜਾ ਸਾਹਿਬ ਸੀ ਇੱਥੇ ਬੈਠੇ, ਕਿਉਂਕਿ ਮਹਾਰਾਜ ਮੱਥਾ ਟੇਕਣ ਆਏ ਸੀ। ਗੁਰੂ ਰਾਮਦਾਸ ਸਾਹਿਬ ਜੀ ਨੂੰ ਪਤਾ ਸੀ ਗੁਰੂ ਰਾਮਦਾਸ ਸਾਹਿਬ ਜੀ ਮੁੜ ਕੇ ਤੁਹਾਡੇ ਘਰ ਦੇ ਦਰਸ਼ਨ ਨਹੀਂ ਕਰ ਸਕਾਂਗੇ। ਔਰ ਮਹਾਰਾਜ ਨੇ ਇਸ਼ਨਾਨ ਕੀਤਾ, ਜਿਹਨੂੰ ਅੱਜ ਪਾਣੀ ਕਹੀ ਜਾਂਦੇ, ਪਾਣੀ ਹੈ ਇਸ ਸਰੋਵਰ ਚ ਮਹਾਰਾਜ ਨੇ ਇਸ਼ਨਾਨ ਕੀਤਾ, ਦਾਤਾ ਜੀ ਨੇ ਆਪ। ਸਿੱਖਾਂ ਨੇ ਸੰਗਤਾਂ ਨੇ ਇਸ਼ਨਾਨ ਕੀਤਾ। ਥੜੇ ਸਾਹਿਬ ਵਾਲੀ ਸਗਾ ਤੇ ਬੈਠ ਕੇ ਸਤਿਗੁਰਾਂ ਜੀ ਨੇ ਗੁਰਬਾਣੀ ਦੇ ਉੱਪਰ ਬਚਨ ਕੀਤੇ, ਕਥਾ ਕੀਤੀ। ਇੱਥੇ ਥੋੜਾ ਸਮਾਂ ਬੈਠੇ ਤੇ ਫਿਰ ਮਹਾਰਾਜ ਸਾਹਿਬ ਜੀ ਅੱਗੇ ਵੱਲੇ ਪਿੰਡ ਨੂੰ ਚੱਲ ਪਏ। ਇਹ ਬਚਨ ਕਹਿ ਗਏ ਸਨ ਕਿ ਨਹਿਮ ਸੰਤੁਮ ਅੰਮ੍ਰਿਤ ਸਰੀਏ, ਅੰਤਰ ਅਗਨ ਅੰਤਰ ਤ੍ਰਿਸ਼ਨਾ ਅਗਨ ਨਾਲ ਸੜੀਏ ਜੀ। ਇਹ ਸਾਰਿਆਂ ਨੂੰ ਨਹੀਂ ਕਿਹਾ। ਮਹਾਰਾਜ ਨੇ ਮਸੰਦ ਦਾ ਮਤਲਬ ਹੁੰਦਾ ਮਸਨਤ ਪਰ ਬੈਠਣ ਵਾਲੇ, ਮੰਜੇ ਤੇ ਬੈਠਣ ਵਾਲੇ ਜੀ। ਮਹਾਰਾਜ ਜੀ ਤੁਸੀਂ ਮਸਨਤ ਤੇ ਬਹਿਣ ਵਾਲੇ ਲੋਕ ਨਹੀਂ ਹੈ, ਤੁਹਾਡੇ ਅੰਦਰ ਤ੍ਰਿਸ਼ਨਾ ਤੇ ਅੱਗ ਆ, ਤੁਸੀਂ ਅੱਗ ਤੇ ਤ੍ਰਿਸ਼ਨਾ ਨਾਲ ਸੜ ਰਹੇ ਹੋ ਜੀ। ਬੀਬੀਆਂ ਨੇ ਸੇਵਾ ਕੀਤੀ ਤੇ ਮਹਾਰਾਜ ਨੇ ਮਾਈਆਂ ਰੱਬ ਨੂੰ ਹੁਕਮ ਦਿੱਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਪੂਰੇ ਹਿੰਦੁਸਤਾਨ ਦਾ ਦਾਤਾ ਜੀ ਚੱਕਰ ਲਾਉਂਦੇ ਨੇ ਤੇ ਫਿਰ ਅਨੰਦਪੁਰ ਸਾਹਿਬ ਪ੍ਰਗਟ ਕਰਕੇ ਦਾਤਾ ਜੀ ਨੇ ਫਿਰ ਪੌਂਟਾ ਸਾਹਿਬ, ਪਟਨਾ ਸਾਹਿਬ ਤੇ ਪਟਨਾ ਸਾਹਿਬ ਜਾ ਕੇ ਫਿਰ ਮਹਾਰਾਜ ਜੀ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ ਉੱਥੋਂ ਫਿਰ ਢਾਕੇ ਤੋਂ ਫਿਰ ਮਹਾਰਾਜ ਜੀ ਪਟਨਾ ਸਾਹਿਬ ਆ ਗਏ ਤੇ ਉੱਥੋਂ ਦਾਤਾ ਜੀ ਨੇ ਆ ਕੇ ਫਿਰ ਅਨੰਦਪੁਰ ਸਾਹਿਬ ਵਸਾਇਆ। ਇਹ ਚੱਕ ਮਾਤਾ ਨਾਨਕੀ ਦੇ ਨਾਮ ਤੇ ਕਹਿਲੂਰ ਦੇ ਰਾਜੇ ਪਾਸੋਂ 1,57,000 ਦੀ ਜਗ੍ਹਾ ਲੈ ਕੇ ਹਜੂਰ ਨੇ ਅਨੰਦਪੁਰ ਸਾਹਿਬ ਦਾ ਨਗਰ ਵਸਾਇਆ ਸੀ। ਸਦੀਵੀ ਕਾਲ ਫਿਰ ਮਹਾਰਾਜ ਸਾਹਿਬ ਜੀ ਇੱਥੇ ਟਿਕ ਗਏ। ਦਾਤਾ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਹੋ ਕੇ ਸਮੁੱਚੇ ਹਿੰਦੁਸਤਾਨ ਦਾ ਦਾਤਾ ਜੀ ਨੇ ਚੱਕਰ ਲਾਇਆ। ਬੇਅੰਤ ਹਜੂਰ ਦੇ ਜੀਵਨ ਦੀਆਂ ਸਾਖੀਆਂ ਆ। ਇੱਕ ਮੈਂ ਛੋਟੀ ਜੀ ਗੱਲ ਕਹਿ ਕੇ ਸਮਾਂ ਹੋਇਆ ਆਪਣਾ ਕਹਿ ਕੇ ਮੈਂ ਸਮਾਪਤੀ ਕਰਾਂਗਾ। ਜਦੋਂ ਮਹਾਰਾਜ ਦਾ ਜੰਗ ਹੋਇਆ ਸੀ ਨਾ ਜੀ, ਤਾਂ ਉਦੋਂ ਇੱਕ ਸਿੱਖ ਦਾ ਨਾਂ ਸੀਗਾ ਭਾਈ ਮੁਗਲੂ ਜੀ ਜੀ। ਤੇ ਉਹ ਫੱਟੜ ਹੋਇਆ ਸੀ, ਮਹਾਰਾਜ ਸਾਰਿਆਂ ਨੂੰ ਜਲ ਛਕਾ ਰਿਹਾ ਸੀ ਤੇ ਭਾਈ ਮੁਗਲੂ ਨੂੰ ਆ ਕੇ ਜਦੋਂ ਉਹਦੇ ਮੂੰਹ ਚ ਜਲ ਪਾਇਆ ਤੇ ਉਹਨੇ ਆਪਣੇ ਨੇਤਰ ਖੋਲ ਲਏ ਸੀ ਜੀ। ਤੇ ਮਹਾਰਾਜ ਕਹਿੰਦੇ ਭਾਈ ਮੁਗਲੂ ਦੱਸ ਤੈਨੂੰ ਕੀ ਦਈਏ ਜੀ। ਤੇ ਉਹਨੇ ਹੱਥ ਜੋੜ ਕੇ ਕਿਆ ਕਹਿਣ ਲੱਗਾ, ਮਹਾਰਾਜ ਮੇਰੀ ਇੱਕੋ ਹੀ ਬੇਨਤੀ ਹੈ, ਅੱਜ ਜੇ ਮੈਂ ਠੀਕ ਹਾਂ ਤੇ ਤੁਹਾਡੀ ਬਦੌਲਤਾਂ, ਪਰ ਮਹਾਰਾਜ ਮੈਂ ਇੱਕ ਤੁਹਾਡੇ ਕੋਲ ਮੰਗਦਾ ਆ ਕਿ ਮੈਂ ਜਦੋਂ ਵੀ ਸੰਸਾਰ ਤੋਂ ਜਾਵਾਂ ਮੇਰਾ ਸੀਸ ਤੁਹਾਡੀ ਗੋਦ ਵਿੱਚ ਹੋਣਾ ਚਾਹੀਦਾ ਹੈ। ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਕਹਿੰਦੇ, ਮਹਾਰਾਜ ਚੁੱਪ ਹੋ ਗਏ। ਉਹਨੇ ਫੇਰ ਕਿਹਾ, ਕਹਿੰਦਾ ਮਹਾਰਾਜ ਨਾਲੇ ਕਹਿੰਦੇ ਆ ਮੰਗੋ,
ਜੇ ਮੈਂ ਮੰਗਦਾ ਵਾਂ ਫਿਰ ਤੁਸੀਂ ਦਿੰਦੇ ਵੀ ਨਹੀਂ। ਮਹਾਰਾਜ ਕਹਿੰਦੇ ਭਾਈ ਮੁਗਲੋ ਜਿਹੜੀ ਤੂੰ ਮੰਗ ਰਿਹਾ ਨਾ ਉਹ ਕਰਨੇ ਆ ਵੀ ਅਸੀਂ ਤੇਰੇ ਨਾਲੋਂ ਪਹਿਲਾਂ ਚੱਲ ਜਾਣਾ ਆ ਜੀ। ਤੇ ਅਸੀਂ ਤੈਨੂੰ ਕਿਵੇਂ ਕਹਿ ਦਈਏ ਵੀ ਇਹ ਗੱਲ ਕਿਵੇਂ ਕਹਿ ਸਕਦੇ ਆ ਕਿ ਤੇਰਾ ਜਿਹੜਾ ਸੀਸ ਆ ਸਾਡੀ ਗੋਦ ਵਿੱਚ ਹੋਵੇਗਾ ਜੀ। ਤੇ ਕਹਿਣ ਲੱਗਾ ਮਹਾਰਾਜ ਤੁਸੀਂ ਚੱਲ ਜਾਣਾ ਨਾ, ਸਰੀਰ ਨੇ ਪਰੇ ਹੋਣਾ, ਜੋਤ ਤਾਂ ਉਹੀ ਆ ਨਾ। ਵਾਹਿਗੁਰੂ ਵਾਹਿਗੁਰੂ। ਦਾਦਾ ਜੋਤ ਹੋਵੇਗੀ ਉਹ ਤੁਹਾਡੇ ਰੂਪ ਵਿੱਚ ਮੈਨੂੰ ਦਰਸ਼ਨ ਦੇ ਦੇਵੇ। ਜੀ 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 ਜੀ। ਤੇ ਮਹਾਰਾਜ ਕਹਿੰਦੇ ਫਿਰ ਤੂੰ ਸਾਨੂੰ ਪਛਾਣ ਲਵੇਂਗਾ। ਕਹਿੰਦਾ ਮਹਾਰਾਜ ਜੀ ਮੈਂ ਆਪਣੇ ਆਪ ਨੂੰ ਨਹੀਂ ਪਛਾਣ ਸਕਿਆ, ਤੁਹਾਨੂੰ ਕੀ ਪਛਾਣਾਂਗਾ ਮੈਂ। ਵਾਹਿਗੁਰੂ ਵਾਹਿਗੁਰੂ ਜੀ। ਇਹ ਵੀ ਸੋਚੀ ਤੁਸੀਂ ਮੈਨੂੰ ਦੇਣੀ, ਮੈਂ ਤੁਹਾਨੂੰ ਪਛਾਣ ਲਵਾਂ, ਤੁਸੀਂ ਐਸੇ ਰੂਪ ਚ ਆਉਣਾ ਦਾਤਾ ਜੀ ਤੇ ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਣਾ। ਵਾਹਿਗੁਰੂ ਵਾਹਿਗੁਰੂ। ਇਹ ਗੜਵਾ ਪਿੰਡ ਦਾ ਸੀ, ਗੜਵਾ ਪਿੰਡ ਮਾਲਵੇ ਦੇ ਵਿੱਚ ਆ। ਇੱਥੇ ਚਲ ਗਿਆ ਸੀ ਆਪਣੇ ਛੇਤੀ ਛੇਤੀ ਲਾਗੇ ਕਰਾਂ ਗੱਲ ਜੀ। ਤੇ ਫਿਰ ਗੁਰੂ ਤੇਗ ਬਹਾਦਰ ਸਿਮਰੀ ਇਹ ਘਰ ਨੂੰ ਉਹਨੇ ਦਿਆਵੇ ਧਾਏ। ਦਾਤਾ ਸਤਿਗੁਰੂ ਸਾਹਿਬ ਜੀ ਨਾ ਇਹ ਡੀਕਦਾ ਸੀ ਮਹਾਰਾਜ ਨੂੰ ਤੇ ਮਹਾਰਾਜ ਮਾਲਵੇ ਗਏ ਇੱਕ ਪਿੰਡ ਚ ਰੁਕੇ ਤੇ ਸਿੰਘਾਂ ਨੂੰ ਕਹਿਣ ਲੱਗੇ ਤੁਸੀਂ ਰੁਕੋ ਤੇ ਮੈਂ ਛੇਤੀ ਆ ਜਾਵਾਂਗਾ ਜੀ। ਮਹਾਰਾਜ ਨੇ ਖੇਸ ਪਾ ਕੇ ਘੋੜੇ ਉੱਪਰ ਦਾਤਾ ਸਤਿਗੁਰੂ ਜੀ ਤੇ ਇਸ ਵਾਸਤੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰਾਤ ਇਹਨੇ ਦਰਵਾਜ਼ਾ ਹੀ ਨਹੀਂ ਬੰਦ ਕਰਨ ਦਿੱਤਾ, ਜਿਵੇਂ ਬਾਸ਼ਨਾ ਆ ਰਹੀ ਹੋਵੇ, ਖੁਸ਼ਬੂ ਆ ਰਹੀ ਹੋਵੇ, ਮੇਰਾ ਪਿਆਰਾ ਆਇਆ ਹੋਇਆ। ਉਹ ਘਰ ਦੇ ਕਹਿੰਦੇ ਸਨ ਜੰਗਲ ਦਾ ਏਰੀਆ, ਦਰਵਾਜ਼ਾ ਬੰਦ ਕਰ ਦਈਏ ਕੋਈ ਜਾਨਵਰ ਨਾ ਆ ਜਾਵੇ। ਕਹਿੰਦੇ ਨਹੀਂ ਤੁਸੀਂ ਚਿੰਤਾ ਨਾ ਕਰੋ, ਅੱਜ ਦਰਵਾਜ਼ੇ ਖੁੱਲੇ ਰੱਖ ਦਿਓ, ਕਿਉਂਕਿ ਜਿੱਥੇ ਬਾਣੀ ਪੜ੍ਹ ਹੁੰਦੀ ਆ ਨਾ ਉੱਥੇ ਤਾਂ ਜਮ ਦੂਤ ਵੀ ਛੱਡ ਜਾਂਦੇ ਆ, ਤਾਂ ਇਹ ਤਾਂ ਆਮ ਵਿਚਾਰੇ ਜੀਵ ਨੇ, ਇਹ ਤਾਂ ਆਪਣਾ ਕੀ ਵਿਗਾੜ ਲੈਣਗੇ। ਜੀ ਜੀ ਜੀ। ਤੇ ਸਾਰੀ ਰਾਤ ਅੱਜ ਵਿਹੜੇ 'ਚ ਬੈਠ ਕੇ ਸਿਮਰਨ ਕੀਤਾ। ਅੰਮ੍ਰਿਤ ਵੇਲਾ ਸੀ, ਦਰਵਾਜ਼ਾ ਖੁੱਲਾ ਸੀ। ਸਤਿਗੁਰਾਂ ਨੇ ਆਵਾਜ਼ਾਂ ਦੇ ਕੇ ਕਿਹਾ, ਕਹਿਣ ਲੱਗੇ ਮੁਗਲੂ ਮੈਂ ਆ ਗਿਆ। ਵਾਹਿਗੁਰੂ। ਤੇ ਮੁਗਲੂ ਨੇ ਮਾਰ ਕੇ ਛਾਲ ਮੰਜੇ ਤੋਂ ਉੱਠ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਏਦਾਂ ਮੱਥਾ ਟੇਕਿਆ ਬਸ ਆਪਣਾ ਸਿਰ ਚੁੱਕਿਆ ਹੀ ਨਹੀਂ। ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਨੇ ਬੜੇ ਪਿਆਰ ਨਾਲ ਠਾਇਆ, ਨਮਸਕਾਰ ਤਾਂ ਕੋ ਲੱਖ ਬਾਰ, ਇਹ ਮਨ ਦੀਜੇ ਤਾਂ ਕੋ ਬਾਰ। ਵਾਹਿਗੁਰੂ। ਮਹਾਰਾਜ ਨੇ ਬੜੇ ਪਿਆਰ ਨਾਲ ਠਾਇਆ, ਕਿਹਾ ਮੁਗਲੂ ਤੂੰ ਚੇਤੇ ਕਰ ਰਿਹਾ ਸੀ? ਹਾਂ ਮਹਾਰਾਜ ਮੈਂ ਚੇਤੇ ਕਰ ਰਿਹਾ ਸੀ, ਤੁਸੀਂ ਆ ਗਏ। ਜਿਨ੍ਹਾਂ ਰਾਹਾਂ ਥਾਣੀ ਆਏ ਉਹਨਾਂ ਰਾਹਾਂ ਤੇ ਮੈਂ ਆਪਣੇ ਨੇਤਰ ਵਿਛਾਉਣਾ ਹੈ। ਤੋ ਬੜਾ ਪਿਆਰ ਦਿੱਤਾ। ਮਹਾਰਾਜ ਕਹਿੰਦੇ ਹੁਣ ਕੁਛ ਨਹੀਂ ਬੋਲਣਾ, ਬਸ ਤੂੰ ਸਾਡੇ ਪਿੱਛੇ ਬੋਲ ਜੋ ਅਸੀਂ ਬੋਲਾਂਗੇ। ਹਜ਼ੂਰ ਨੇ ਵਾਹਿਗੁਰੂ ਸ਼ਬਦ ਬੋਲਿਆ, ਵਾਹਿਗੁਰੂ ਵਾਹਿਗੁਰੂ ਬੁਲਾਇਆ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਲਾਈ। ਭਾਈ ਮੁਗਲੂ ਬੋਲਿਆ, ਭਾਈ ਮੁਗਲੂ ਦੇ ਪ੍ਰਾਣ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਨਿਕਲ ਗਏ। ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਉਹਨਾਂ ਨੂੰ ਸੰਸਾਰ ਤੋਂ ਰੁਖਸ਼ਤ ਕਰ ਦਿੱਤਾ। ਇਸ ਤਰ੍ਹਾਂ ਹਰ ਥਾਂ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾਤਾ ਜੀ ਨੇ ਸੰਸਾਰ ਦਾ ਕਲਿਆਣ ਕੀਤਾ। ਤੇ ਜਿੱਦਣ ਕਿਸੇ ਨੇ ਹਿੰਦੁਸਤਾਨ ਨੂੰ ਨਗਨ ਕਰਨਾ ਚਾਹਿਆ, ਸੱਚੇ ਪਾਤਸ਼ਾਹ ਨੇ ਆਪਣੇ ਤਨ ਨੂੰ ਚਾਦਰ ਬਣਾ ਕੇ ਸਮੁੱਚੇ ਹਿੰਦੁਸਤਾਨ ਨੂੰ ਢੱਕ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੇ ਹੀ ਪਿਆਰੇ ਉਹਨਾਂ ਦੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਚ ਅੰਕਿਤ ਕੀਤੇ ਕਿ ਠੀਕਰ ਫੋਰ ਦਲੀਪ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਕੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਪਇਓ ਜੈ 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 ਸਰਲੋਕ। ਇਸ ਪ੍ਰਕਾਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡਾ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਵਾਹਿਗੁਰੂ। ਐਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੱਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਸੀ। ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋ ਜੋਤੀ ਜੋਤ ਸਮਾ ਗਏ ਸਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰੜੀ ਸੰਪੂਰਨ ਥੀਆ ਰਾਮ। ਸੋ ਸਤਿਗੁਰੂ ਦਾਤਾ ਜੀ ਕਿਰਪਾ ਕਰਨ ਜੀ। ਮਹਾਰਾਜ ਸਾਹਿਬ ਜੀ ਨੇ ਸਮਾਂ ਵੀ ਆਪਾਂ ਹੋ ਗਿਆ ਵਾ ਜੀ। ਸੋ ਮੇਰੀ ਹਾਲਤ ਭਾਵੇਂ ਸਾਰੀ ਰਾਤ ਚੱਲੀਏ ਪਰ ਸਮੇਂ ਨੂੰ ਆਪਾਂ ਨੂੰ ਜਿਹੜਾ ਉਹਦੇ ਨਾਲ ਚੱਲਣਾ ਚਾਹੀਦਾ ਆ। ਬਿਲਕੁਲ ਬਿਲਕੁਲ ਗਿਆਨੀ ਜੀ। ਦੇਖੋ ਵਾਹਿਗੁਰੂ ਦੇ ਰੱਬ ਦੇ ਪਿਆਰੇ ਦੀਆਂ ਬਾਤਾਂ ਐਸੀਆਂ ਨੇ ਕਿ ਸਪੀਚਲੈਸ ਜੀ ਬੰਦਾ। ਮੇਰੇ ਮੁਖ ਚੋਂ ਬੋਲ ਨਹੀਂ ਨਿਕਲ ਰਿਹਾ ਇਸ ਟਾਈਮ। ਬਸ ਇਹੀ ਇੱਕ ਤਰਲਾ ਹੈ ਸਾਰੇ ਸਿੱਖ ਕੌਮ ਦੇ ਚਰਨਾਂ ਦੇ ਵਿੱਚ ਕਿ ਭਾਈ ਆਪਾਂ ਗੁਰੂ ਦੇ ਪਿਆਰਿਆਂ ਦੀ ਜੁਗਤੀ ਸਿੱਖ ਲਈਏ। ਸਿੱਖ ਤਾਂ ਗੁਰੂ ਦੇ ਅੱਗੇ ਜਾ ਕੇ ਇੰਨਾ ਸਮਰਪਣ ਕਰ ਦਿੰਦਾ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਨਾ ਅੱਗੇ ਦਾ ਪਤਾ ਨਾ ਪਿੱਛੇ ਦਾ ਪਤਾ, ਨਾ ਮੈਂ ਆਪਣਾ ਕੁਝ ਜਾਣਾ ਨਾ ਕਿਸੇ ਦਾ ਜਾਣਾ। ਸੋ ਸੱਚੇ ਪਾਤਸ਼ਾਹ ਜੀ ਜੋ ਹੁਕਮ ਕਰਦੇ ਨੇ ਹੁਕਮ 'ਚ ਰਹਿੰਦਾ ਹੈ। ਅਤੇ ਅਸੀਂ ਅੱਜ ਜਿਹੜਾ ਹੈ ਆਪਣਾ ਕਹਿ ਰਹੇ ਹਾਂ ਸਾਡਾ ਹੀ ਗਿਆਨ ਵੱਡਾ ਆ, ਅਸੀਂ ਪੜ੍ਹ ਲਿਖ ਕੇ ਬ੍ਰਹਮ ਗਿਆਨੀਏ ਬਣ ਜਾਣਾ, ਐਸੀਆਂ ਗੱਲਾਂ ਦੇ ਵਿੱਚੋਂ ਬਾਹਰ ਆਈਏ ਅਤੇ ਅਸੀਂ ਰੱਬ ਦੇ ਪਿਆਰੇ ਬਣੀਏ, ਨਾ ਕਿ ਕਿਸੇ ਬੰਦੇ ਦੀਆਂ ਚਾਪਲੂਸੀਆਂ ਜਿਹੜੀਆਂ ਉਹ ਕਰੀਏ।
ਤੇ ਰੱਬ ਦੇ ਪਿਆਰਿਆਂ ਦੇ ਨਾਲ ਅਸੀਂ ਉਹਨਾਂ ਦੇ ਜਿਹੜੀਆਂ ਸਾਂਝ ਪਾਈਏ, ਗੁਰਬਾਣੀ ਦੇ ਲੜ ਲੱਗੀਏ। ਬਿਲਕੁਲ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੀਏ। ਸੱਚੇ ਪਾਤਸ਼ਾਹ ਜੀ ਨੇ ਇਹ ਦੱਸ ਦਿੱਤਾ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਸਭੇ ਕਹਿਤਾ ਹੈ ਸੰਬੰਧ ਜੀਤ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਮਹਾਰਾਜ ਜੀ ਨੇ ਸਭ ਕੁਝ ਦੱਸ ਦਿੱਤਾ। ਭਾਈ ਜਿਹਨੂੰ ਆਪਣੇ ਜੀਵਨ ਚ ਆਪਣਾ ਬਣਾਉਣਾ, ਤੇਰਾ ਆਪਣਾ ਕੋਈ ਵੀ ਨਹੀਂ ਬਿਨਾਂ ਨਾਮ ਤੋਂ। ਬਿਲਕੁਲ। ਤੋ ਇਸ ਕਰਕੇ ਮਹਾਰਾਜ ਜੀ ਨੇ ਭਾਰੀ ਇਬਾਦਤ ਕੀਤੀ, ਇਬਾਦਤ ਵਿੱਚੋਂ ਸ਼ਹਾਦਤ ਨਿਕਲੀ। ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੇ ਸਾਹਿਬਜ਼ਾਦੇ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਔਰ ਮਹਾਰਾਜ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਚ ਐਸਾ ਪ੍ਰਚਾਰ ਪ੍ਰਸਾਰ ਕੀਤਾ। ਦਾਤਾ ਜੀ ਨੇ ਜਿੱਥੇ ਲਕਾਈ ਨੂੰ ਠਾਰਿਆ, ਉੱਥੇ ਜਿੱਦਣ ਹਿੰਦੁਸਤਾਨ ਨੂੰ ਕਿਸੇ ਨੇ ਨਗੇਜ ਕਰਨਾ ਚਾਹਿਆ ਤਾਂ ਦੋ ਗੱਲਾਂ ਕਹਿ ਕੇ, ਕਿਉਂਕਿ ਮੈਂ ਇੱਕ ਦਿਨ ਪਿੱਛੇ ਵੀ ਬੋਲਿਆ ਸੀਗਾ ਵੀ ਜਿੱਦਣ ਹਿੰਦੁਸਤਾਨ ਦਾ ਹਾਸਾ ਲੁੱਟਿਆ ਗਿਆ ਸੀ, ਇਹ ਹਾਸਾ ਗੁਰੂ ਨਾਨਕ ਦੇ ਘਰ ਨੇ ਹਿੰਦੁਸਤਾਨ ਨੂੰ ਦਿੱਤਾ ਆ। ਅੱਜ ਵੀ ਗੁਰੂ ਨਾਨਕ ਦੇ ਘਰ ਦੇ ਚਰਨਾਂ ਚ ਪੈ ਜਾਓ ਗੁਰੂ ਗ੍ਰੰਥ ਸਾਹਿਬ ਜੀ ਤੇ, ਮੁੜ ਹਿੰਦੁਸਤਾਨ ਨੂੰ ਹਾਸਾ ਦੇ ਸਕਦਾ ਕੇਵਲ ਤਾਂ ਕੇਵਲ ਗੁਰੂ ਨਾਨਕ ਦਾ ਘਰ, ਹੋਰ ਕੋਈ ਨਹੀਂ। ਵਾਹਿਗੁਰੂ ਵਾਹਿਗੁਰੂ। ਬਿਲਕੁਲ। ਕਹਿੰਦੇ ਨਾ ਵੀ ਉਹ ਬੱਚਨ ਉਹਨਾਂ ਕਿਹਾ ਸੀ ਵੀ ਦੁਖੀ ਵਿਪਰ ਚੱਲ ਕੇ ਆਏ ਪੂਰੀ ਆਨੰਦ, ਬਾਹ ਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਚੰਦ। ਦੁਖੀ ਵਿਪਰ ਭਾਵ ਕੇ ਬ੍ਰਾਹਮਣ ਚੱਲ ਕੇ ਆਏ ਤੇ ਹੇ ਗੁਰੂ ਹਰਗੋਬਿੰਦ ਸਾਹਿਬ ਦੇ ਚੰਦ ਸਾਡੀ ਬਾਹ ਪਕੜੋ। ਦੁਖੀ ਵਿਪਰ ਚੱਲ ਕੇ ਆਏ ਪੂਰੀ ਆਨੰਦ, ਬਾਹ ਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਚੰਦ, ਸਾਡੀ ਬਾਹ ਪਕੜੋ। ਤੇ ਮਹਾਰਾਜ ਨੇ ਕਿਹਾ ਸੀ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ। ਮਹਾਰਾਜ ਨੇ ਉਦੋਂ ਬਚਨ ਕਿਹਾ ਸੀ ਜਾਓ ਬੱਚਿਓ ਆਪਣੇ ਘਰੇ ਜਾਵੋ, ਸਿਰ ਦੇ ਕੇ ਸਿਦਕ ਬਚਾਵਾਂਗਾ ਮੈਂ, ਹਿੰਦੂ ਮੰਦਿਰਾਂ ਦੇ ਬੁਝ ਰਹੇ ਦੀਵੇ ਵਿੱਚ ਲਹੂ ਆਪਣੇ ਤਨ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀ ਜੜ੍ਹਾਂ ਚ ਲਹੂ ਆਪਣਾ, ਬਾਗ ਭਾਰਤ ਵਰਸਦਾ ਤੇ ਫਲ ਰਿਹਾ ਹੈ, ਹਿੰਦੂ ਮੰਦਿਰਾਂ ਚ ਅੱਜ ਵੀ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ ਹੈ। ਵਾਹਿਗੁਰੂ। ਅੱਜ ਵੀ ਹਿੰਦੂ ਮੰਦਿਰਾਂ ਚ ਖੂਨ ਤੇਗ ਬਹਾਦਰ ਦਾ ਮਚ ਰਿਹਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ ਕਰੋੜਾਂ ਵਾਰ ਨਮਸਕਾਰ। ਔਰ ਆਪ ਜੀ ਸਾਰਿਆਂ ਦਾ ਧੰਨਵਾਦ, ਜਿੱਥੇ ਜਿੱਥੇ ਜਿਹੜੇ ਸਰੋਤਿਆਂ ਨੇ ਸਾਰਿਆਂ ਨੇ ਸਰਵਣ ਕਰਨਾ, ਸਭਨਾਂ ਦਾ ਧੰਨਵਾਦ। ਬੋਲਦਿਆਂ ਬੇਅੰਤ ਗਲਤੀਆਂ ਕਰਦਿਆਂ ਹੋਣਗੀਆਂ ਕਿਉਂਕਿ ਆਪਾਂ ਅਧੂਰੇ ਮਨੁੱਖ ਹਾਂ। ਭਾਈ ਮਲਕੀਤ ਸਿੰਘ ਜੀ ਬਿਲਕੁਲ। ਤੇ ਜਦੋਂ ਪੂਰੇ ਦੀ ਗੱਲ ਕਰਨੀ ਹੋਵੇ ਸਾਡੇ ਵਰਗੇ ਅਧੂਰਿਆਂ ਕੋ ਗਲਤੀਆਂ ਹੋ ਹੀ ਜਾਂਦੀਆਂ ਨੇ। ਭੁੱਲਣ ਅੰਦਰ ਸਭ ਕੋ ਗਲਤੀਆਂ ਕਰਨਾ ਸਾਡਾ ਸੁਭਾਅ ਆ, ਸਾਨੂੰ ਗੁਰੂ ਆਪ ਬਖਸ਼ੂਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਦਇਆ ਕਰਨਗੇ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਖਾਲਸਾ ਜੀ, ਇਹਨਾਂ ਸ਼ਬਦਾਂ ਦੇ ਨਾਲ ਹੀ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਆਪਾਂ ਅੱਜ ਸਮਾਪਤ ਕਰਦੇ ਹਾਂ ਜੀ। ਸੋ ਸਾਰੇ ਗੁਰਸਿੱਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਵੱਧ ਤੋਂ ਵੱਧ ਆਪਾਂ ਜਿਹੜਾ ਹੈ ਬਾਣੀ ਦਾ ਜਾਪ ਕਰੀਏ, ਵਾਹਿਗੁਰੂ ਦੇ ਸਿਮਰਨ ਕਰੀਏ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਹੈ ਪ੍ਰਾਪਤ ਕਰੀਏ। ਆਪਣੇ ਕੋਲ ਗਿਆਨੀ ਜੀ ਹੁਣ ਇੱਕ ਸੁਭਾਗ ਵੀ ਹੈ ਕਿ ਆਪਾਂ ਅੱਜ ਉਹ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦੇ ਸਕਦੇ, ਆਪਾਂ ਘਰ ਘਰ ਵਿੱਚ ਧਰਮਸਾਲ ਜਿਹੜੀ ਹੈ ਉਹ ਸਾਜ ਸਕਦੇ ਹਾਂ। ਆਪਣੇ ਪਰਿਵਾਰ ਦੇ ਨਾਲ ਬੈਠ ਕੇ ਜਿਹੜੇ ਗੁਰੂ ਦੇ ਆਪਣੀ ਕੀਰਤੀ ਕਰੀਏ, ਬਾਣੀ ਪੜ੍ਹੀਏ ਸੰਗਤੀ ਰੂਪ ਦੇ ਵਿੱਚ ਪੂਰਾ ਪਰਿਵਾਰ ਬੈਠ ਕੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅੱਜ ਤਾਂ ਮਹਾਰਾਜ ਨੇ ਸਾਨੂੰ ਸਾਰੇ ਸੁੱਖ ਪ੍ਰਦਾਨ ਕਰਵਾਏ ਹੋਏ, ਜੀਓ ਪਾਏ ਪਿੰਡ ਜੀ ਨੇ ਸਾਜਿਆ ਦਿੱਤਾ ਪਹਿਨਣ ਖਾਣ ਜੀ। ਬਿਲਕੁਲ। ਆਪਣੇ ਦਾਸ ਕੀ ਆਪ ਪੈਜ ਰੱਖੇ ਨਾਨਕ ਸਤ ਕੁਰਬਾਨ। ਸਾਰੇ ਸੁੱਖ ਸਹੂਲਤਾਂ ਗੁਰੂ ਨੇ ਦਿੱਤੀਆਂ। ਉਹ ਅੱਜ ਤੱਕ ਸਾਡੇ ਮਤਲਬ ਗੰਗਾ ਸਾਡੇ ਅਟੈਚ ਬਣੀ ਹੋਈ ਹੈ ਸਾਡੇ ਬੈਡਰੂਮ ਦੇ ਨਾਲ, ਤੇ ਅੱਜ ਵੀ ਨਾ ਲਾਹਾ ਲਈਏ ਫੇਰ ਤਾਂ ਆਪਾਂ ਭਾਗੇ। ਬਿਲਕੁਲ 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 ਜੀ। ਨਾਲੇ ਆ ਸਮਾਂ ਏਦਾਂ ਦਾ ਜੀ, ਲੋਕਡਾਊਨ ਦੇ ਵਿੱਚ ਸਾਰੇ ਆਪਾਂ ਘਰ ਪਰਿਵਾਰਾਂ ਦੇ ਵਿੱਚ ਬੈਠੇ ਹਾਂ। ਸੋ ਆਓ ਗੁਰੂ ਪਿਆਰਿਓ ਆਪਾਂ ਜੀ ਆਪਾਂ ਇੰਟਰਨੈਟ ਨੂੰ ਛੱਡ ਕੇ ਕਰੋ, ਬਾਣੀ ਵੱਧ ਤੋਂ ਵੱਧ ਪੜ੍ਹੀਏ, ਵੱਧ ਤੋਂ ਵੱਧ ਸੇਵਾ ਕਰੀਏ ਜੀ। ਆਪਣੇ ਘਰੇ ਵੱਧ ਤੋਂ ਵੱਧ ਪ੍ਰਮਾਤਮਾ ਦਾ ਸਿਮਰਨ ਕਰੀਏ, ਮਹਾਰਾਜ ਸਾਹਿਬ ਨੂੰ ਚੇਤੇ ਕਰੀਏ। ਗੁਰੂ ਸਾਡਾ ਭਲਾ ਕਰੇਗਾ ਜੀ, ਗੁਰੂ ਸਾਡੀ ਬੋੜੀ ਕਰਨਗੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਵਾਹਿਗੁਰੂ। ਬਿਲਕੁਲ ਜੀ। ਭਰੋਸਾ ਕਰੀਏ ਵੱਡੀ ਗੱਲ ਹੈ, ਭਰੋਸਾ ਕਰੀਏ ਮਹਾਰਾਜ ਸਾਹਿਬ ਤੇ। ਬਿਲਕੁਲ ਬਿਲਕੁਲ ਜੀ। ਖਾਲਸਾ ਜੀ ਆਪਾਂ ਸਾਰੇ ਬੰਨਿਓ ਆਸਾਂ ਜਦੋਂ ਛੱਡ ਕੇ ਇੱਕ ਗੁਰੂ ਦੇ ਉੱਤੇ ਓਟ ਆਸਰਾ ਰੱਖ ਕੇ ਤੁਰਾਂਗੇ
ਤੇ ਗੁਰੂ ਸਾਹਿਬ ਜੀ ਬਖਸ਼ਾਉਂਦੇ ਨੇ। ਪਿੱਛੇ ਜੋ ਭੁੱਲਾਂ ਵੀ ਹੋਈਆਂ, ਗੁਨਾਹ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਕੱਟਦੇ ਨੇ। ਸੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਬਿਲਕੁਲ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਦੇ ਨਾਲ ਹੀ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਮਾਪਤ ਕਰਦੇ ਹਾਂ ਜੀ। ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਸੋ ਆਪਾਂ ਹੁਣ ਫਤਿਹ ਦੀ ਸਾਂਝ ਪਾਉਂਦੇ ਜੀ ਸੰਗਤਾਂ ਦੇ ਨਾਲ। ਵਾਹਿਗੁਰੂ ਜੀ ਕਾ ਧੰਨਵਾਦ ਖਾਲਸਾ, ਆਪ ਜੀ ਦਾ ਜੀ, ਆਪ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।